ਨੂੰ ਤੁਸੀਂ ਦੇਖ ਰਹੇ ਹੋ ਸਕਾਈ 771 ਤੇ ਮੈਂ ਹਾਂ ਤੁਹਾਡੀ ਆਪਣੀ ਇੰਦਰਜੀਤ ਕੌਰ। ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਕੁਝ ਖਾਸ ਗੱਲਾਂ ਬਾਤਾਂ ਤੇ ਕੁਝ ਖਾਸ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਉਣ ਲਈ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ ਜੀ, ਜਿੱਥੇ ਆਪਾਂ ਹਮੇਸ਼ਾ ਬਹੁਤ ਸਾਰੇ ਇਸ ਤਰ੍ਹਾਂ ਦੇ ਮੁੱਦਿਆਂ ਦੇ ਉੱਤੇ ਗੱਲ ਕਰਦੇ ਹਾਂ ਜਿਨ੍ਹਾਂ ਦੇ ਕਰਕੇ ਕਿ ਸਾਨੂੰ ਕਾਫੀ ਲਾਈਫ ਦੇ ਵਿੱਚ ਪਰੇਸ਼ਾਨੀਆਂ ਹੁੰਦੀਆਂ ਨੇ। ਚਾਹੇ ਅਸੀਂ ਉਹ ਗੱਲ ਕਰੀਏ ਕਿ ਜ਼ਿੰਦਗੀ ਦੀ ਦੌੜ ਭੱਜ ਦੇ ਵਿੱਚ ਬਹੁਤ ਕਮਾਈ ਵੀ ਕਰਦੇ ਹਾਂ, ਅੱਗੇ ਵਧਣ ਦੀ ਲਾਲਸਾ ਵੀ ਹੁੰਦੀ ਆ, ਉਸ ਤੋਂ ਬਾਅਦ ਸਾਨੂੰ ਹੁੰਦਾ ਕਿ ਹਾਂ ਕਿਤੇ ਨਾ ਕਿਤੇ ਆਪਣਾ ਘਰ ਜਿਹੜਾ ਉਹ ਵਧੀਆ ਢੰਗ ਦੇ ਨਾਲ ਬਣਾ ਲਈਏ। ਸੋ ਗੱਲ ਹੋ ਜਾਂਦੀ ਹੈ ਪ੍ਰੋਪਰਟੀਜ਼ ਦੀ ਜਿੱਦੋਂ ਲੈ ਕੇ। ਸੋ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਗੱਲ ਕਰਾਂਗੇ ਸਿਟੀ ਸਟੇਟਸ ਐਂਡ ਡਿਵੈਲਪਰਸ ਤੋਂ ਸਾਡੇ ਮਾਹਿਰ ਜੁਵੇਰ ਪਹੁੰਚੇ ਹੋਏ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ, ਜਾਣਕਾਰੀ ਲਵਾਂਗੇ, ਕਿਉਂਕਿ ਖਾਸ ਕਰਕੇ ਜਦੋਂ ਅਸੀਂ ਆਪਣੇ ਘਰ ਦੀ ਗੱਲ ਜਿੱਦਾਂ ਮੈਂ ਗੱਲ ਕੀਤੀ, ਤੁਸੀਂ ਕੋਈ ਨਵਾਂ ਬਿਜ਼ਨਸ ਖਰੀਦਣਾ ਹੋਵੇ, ਵੇਚਣਾ ਹੋਵੇ ਜਾਂ ਨਵੀਂ ਪ੍ਰੋਪਰਟੀ ਖਰੀਦਣੀ ਆ ਜਾਂ ਵੇਚਣੀ ਹੋਵੇ ਜਾਂ ਰੈਂਟ ਤੇ ਦੇਣੀ ਹੋਵੇ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਤੁਹਾਨੂੰ ਕਿ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਹੋਵੇ ਕਿ ਹੁਣ ਮੈਂ ਕੀ ਕਰਾਂ, ਕਿਉਂਕਿ ਖਾਸ ਕਰਕੇ ਕੋਵਿਡ ਦੀ ਇਸ ਸਿਚੁਏਸ਼ਨ ਤੋਂ ਬਾਅਦ ਬਹੁਤ ਸਾਰੇ ਕਾਰੋਬਾਰਾਂ ਦੇ ਵਿੱਚ ਉਥਲ ਪੁਥਲ ਆਈ ਆ। ਉਸ ਤੋਂ ਬਾਅਦ ਸਾਰਿਆਂ ਦੇ ਮਨਾਂ ਦੇ ਵਿੱਚ ਇੱਕ ਸਵਾਲ ਆ ਕਿ ਕੋਈ ਹੋਵੇ ਜਿਹੜਾ ਸਾਨੂੰ ਸਲਾਹ ਦੇ ਸਕੇ ਕਿ ਅਸੀਂ ਕਿਸ ਤਰ੍ਹਾਂ ਕਰਨੇ ਆ। ਸੋ ਬਿਲਕੁਲ ਜੀ, ਇਸ ਟਾਈਮ ਸ਼ੋਅ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਜੁਬੇਰ ਰਸ਼ੀਦ, ਉਹਨਾਂ ਦਾ ਸਵਾਗਤ ਕਰਦੇ ਆ ਪਹਿਲਾਂ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। सत श्रीकाल, सलाम, नमस्ते सारे सुनने वाले ते देखने वाले नू। थैंक यू इंदर, अज बड़े एक सोहने मुद्दे ते तुसां मैनूं बोलने वास्ते स्टूडियो के अंदर दावत दी जी। खास कर जो कोविड दी रिस्ट्रिक्शन आसान हो रही तो हर बंदा चाहता कि उसका बिजनेस बैक टू ट्रैक वापस आ जाओ। बिल्कुल। और खास कर जो ब्रैक्सिट अपने बिल्कुल नक्के ते पहुंचा पिया, 3 जून की डेडलाइन लगी जी। यूरोप तो जोड़े अपना भैन भाई आ रहे हैं कि उन्होंने मन च एक ही मेन गल हैगी आ कि यूरोप तो असी अपने घर बूआ छड़ के आ रहे हैं तो हुण यूके के अंदर असी सैटल किज होवांगे। बिल्कुल जी, क्योंकि ये बहुत ही वड्डा सवाल जिहड़ा अज जुवेर जी साडे नाल जिहड़ी अज सलाह देणगे, खास करके जिहड़े यूरोप तो जिद्दां इन्हां ने गल कीती आ कि इत्थे आए होए ने, ਉਹਨਾਂ ਨੂੰ ਕਾਫੀ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ ਜਦੋਂ ਉਹਨਾਂ ਨੇ ਨਵਾਂ ਘਰ ਖਰੀਦਣਾ ਹੁੰਦਾ ਆ ਜਾਂ ਕਿੰਨਾ ਕੁ ਉਹਨਾਂ ਨੂੰ ਸਮਾਂ ਹੋ ਗਿਆ, ਕੁਝ ਲੈਂਗੁਏਜ ਦੀਆਂ ਪ੍ਰੋਬਲਮ, ਉਹਦੇ ਦੇ ਵਿੱਚ ਆਪਾਂ ਜਾਣਕਾਰੀ ਲਵਾਂਗੇ। ਤੁਸੀਂ ਵੀ ਕਾਲ ਕਰਕੇ ਜਿਹੜੀ ਆਪਣੀ ਜਾਣਕਾਰੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਲੈਣਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰ ਸਕਦੇ ਹੋ ਜੀ। ਹਾਂਜੀ, ਜਦੋਂ ਤੁਸੀਂ ਗੱਲ ਕੀਤੀ ਯੂਰਪ ਤੋਂ ਜਿਹੜੇ ਆਏ ਨੇ, ਸੋ ਕਿੰਨਾ ਕੁ ਸਮਾਂ ਉਹਨਾਂ ਨੂੰ ਚਾਹੀਦਾ ਹੈਗਾ, ਪਹਿਲਾਂ ਤਾਂ ਮੈਂ ਗੱਲ ਕਰੂੰਗੀ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦੇਵੋ, ਕਿਉਂਕਿ ਯੂਰਪ ਤੋਂ ਆਉਣ ਵਾਲੇ ਨੂੰ ਕਾਫੀ ਪ੍ਰੋਬਲਮਸ ਜਿਹੜੀਆਂ ਇੱਥੇ ਆ ਰਹੀਆਂ ਨੇ, ਕੁਝ ਤਾਂ ਕੋਵਿਡ ਕਰਕੇ ਵੀ, ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਲੈਂਗੁਏਜ ਦੀ ਪ੍ਰੋਬਲਮ, ਸੋ ਉਹਦੇ ਬਾਰੇ ਕੀ ਕਹੋਗੇ ਤੁਸੀਂ? हाँ जी इंदर जी, ਜਿਹੜੇ ਲੋਕੀ ਆਪਣੇ ਭੈਣ ਭਾਈ ਯੂਰਪ ਤੋਂ ਆਏ, ਸਭ ਤੋਂ ਪਹਿਲੇ ਆਪਾਂ ਉਹਨਾਂ ਨੂੰ ਇਹ ਆਖਾਂਗੇ ਕਿ ਉਹ ਪ੍ਰੀ ਸੈਟਲ ਸਟੇਟਸ ਜਾਂ ਸੈਟਲ ਸਟੇਟਸ ਅਪਲਾਈ ਕਰਨ। ਜਿਹੜੇ ਲੋਕੀ ਦਸੰਬਰ 2020 ਤੋਂ ਪਹਿਲੇ ਆਏ ਜਾਂ ਜਿਨ੍ਹਾਂ ਦਸੰਬਰ 2020 ਪਹਿਲੇ ਤੇ ਆ ਚੁੱਕੇ ਨੇ ਲੇਕਿਨ ਉਹਨਾਂ ਦੀ ਹਾਲੇ ਤੱਕ ਅਪਲਾਈ ਨਹੀਂ ਕੀਤਾ ਤੇ ਉਹਨਾਂ ਦੀ ਡੈਡਲਾਈਨ ਹੈ 3 ਜੂਨ 2021 ਤੱਕ ਹੈਗੀ ਆ 2021 ਤੋਂ ਜੀ। ਹੁਣ ਇਹ ਲੋਕੀ ਆ ਰਹੇ ਮਕਾਨ ਤੋਂ ਲੈਣੇ ਦੀ ਦੂਰ ਦੀ ਗੱਲ, ਇਹਨਾਂ ਨੂੰ ਕਿਰਾਏ ਤੇ ਮਕਾਨ ਵੀ ਮਿਲਣੇ 'ਚ ਬੜੀ ਦੁਸ਼ਵਾਰੀ ਹੋ ਰਹੀ ਹੈ। ਬਿਲਕੁਲ, ਇਹ ਆਪਾਂ ਸਭ ਨੂੰ ਜਾਣਦੇ ਹਾਂ, ਠੀਕ ਹੈ। ਤੇ ਇਹ ਮਾਰਕੀਟ 'ਚ ਇੱਕ ਜਿਹੜਾ ਖਲਾ ਜਿਹੜੀ ਗੈਪ ਆ ਗਈ ਆ, ਕਿਉਂਕਿ ਇਹ ਲੋਕੀ ਜਿਹੜੇ ਯੂਰਪ ਤੋਂ ਆਏ ਇਹ ਉੱਥੇ ਵੈਲ ਸੈਟਲ ਸਨ ਜੀ, ਕਿਉਂਕਿ ਇਹਨਾਂ 15 18 ਸਾਲ ਲਾਏ ਉੱਥੇ, ਇਹਨਾਂ ਦੇ ਆਪਣੀਆਂ ਪ੍ਰਾਪਰਟੀਆਂ ਸੈਟਲ ਬਿਜ਼ਨਸ ਹਨ। ਤੇ ਸਾਨੂੰ ਇਤਨੀ ਇਨਕੁਆਇਰੀਆਂ ਆ ਰਹੀਆਂ, ਇਹ ਲੋਕੀ ਕਹਿ ਰਹੇ ਅਸੀਂ ਯੂਰਪ ਤੋਂ ਆਪਣਾ ਘਰ ਬੂਆ ਛੱਡ ਕੇ ਯੂਕੇ 'ਚ ਆਏ ਹਾਂ, ऐजा ही लगता जैसे 15 साल पहले असी अपने देश तो यूरोप गए पहला उत्थे गए सी जी। ये गल हकीकत है या नहीं है? यही है ते इस वास्ते नवे थां ते आके सैटल होना इट्स वेरी हार्ड, बहुत मुश्किल आंदी है। जी बिल्कुल हार्ड होंदा। ते हुण आपां जिहड़ी साडी जिहड़ी वकालत दी कंपनियां फर्म हैगी आ, उस दे नाल मैं खुद प्रॉपर्टियां दा काम भी करदा रहा। मन्ना कि मन लोग जानते हैं इमीग्रेशन के वकील के तौर पर, लेकिन प्रॉपर्टियां का भी मैं काफ़ी काम करता। तो हुण अपना जिहड़े ये भैन भाई हैं, इन्हां असी मकान लैने के नाल इन्हां दी मोर्गेजिस वगैरह की साढ़े कोल 2-3 कंपनियां दे बड़े एक्सपीरियंस मोर्गेज एडवाइजर क्वालीफाइड एडवाइजर आउंदे, वो इन्हां असी रहनुमाई कर रहे हैं। खाली आपां यूरोपीयन की गल नहीं करोगे, ਆਪਾਂ ਜਿਹੜੇ ਲੋਕੀ ਜਿਨ੍ਹਾਂ ਨੂੰ 2.5 ਸਾਲ ਦੇ ਵੀਜ਼ੇ ਮਿਲੇ ਉਹਨਾਂ ਨੂੰ ਵੀ ਬੜੀ ਦੁਸ਼ਵਾਰੀਆਂ ਆ ਰਹੀਆਂ ਕਿ ਉਹ ਮਕਾਨ ਲਵਣ, ਕਿਉਂਕਿ ਉਹ ਵੀ ਹੁਣ ਅੱਗੇ ਵਧਣਾ ਚਾਹੁੰਦੇ। ਬਿਲਕੁਲ ਮੇਰੀ ਗੱਲ ਸਮਝਿਓ ਨਾ। ਅਗਰ ਆਪਾਂ ਕੁਝ ਅਰਸੇ ਪਹਿਲੇ ਗੱਲ ਕਰੀਏ, ਇੱਕ ਬੜੇ ਵੱਡੇ ਪੋਲੀਟੀਸ਼ੀਅਨ ਨੇ ਆਖਿਆ ਸੀ ਕਿ ਸਾਡੀ ਜ਼ਿੰਦਗੀ 'ਚ 3 ਮੇਨ ਵੱਡੀ ਜ਼ਰੂਰਤਾਂ ਹੁੰਦੀਆਂ। ਹਾਂਜੀ, ਇੱਕ ਹੁੰਦਾ ਰੋਟੀ, ਦੂਜਾ ਹੁੰਦਾ ਕੱਪੜਾ, ਤੀਜਾ ਹੁੰਦਾ ਮਕਾਨ। ਬਿਲਕੁਲ ਮੇਨ ਜਿਹੜਾ ਹੈਗਾ ਸਾਡਾ ਰੋਟੀ, ਕੱਪੜਾ ਤੇ ਮਕਾਨ ਦੇ ਤੇ ਫੋਕਸ ਜੀ। ਹਾਂਜੀ, ਇਸ ਕੰਟਰੀ 'ਚ ਹੁਣ 3 ਜਿਹੜੀਆਂ ਚੀਜ਼ਾਂ ਜ਼ਰੂਰੀ ਹਨ, ਉਹ ਰੋਟੀ, ਵੀਜ਼ਾ ਔਰ ਮਕਾਨ ਹੈ। ਸੋ ਪਹਿਲੀ ਗੱਲ ਇਹ ਤਾਂ ਕਿ ਪੇਪਰ ਵਰਕ ਜਿਹੜਾ ਉਹ ਵੀ ਪੂਰਾ ਹੋਣਾ ਚਾਹੀਦਾ, ਖਾਸ ਕਰਕੇ ਜਦੋਂ ਤੁਸੀਂ ਕੋਈ ਪ੍ਰਾਪਰਟੀ ਖਰੀਦਣੀ ਆ
ਜੇ ਵੇਚਣੀ ਆ ਤਾਂ ਵੀ ਜਿਹੜੇ ਪ੍ਰੋਪਰ ਜਿਹੜੇ ਆ ਡਾਕੂਮੈਂਟਸ ਤੁਹਾਡੇ ਕੋਲ ਹੋਣੇ ਚਾਹੀਦੇ ਨੇ, ਜਾਂ ਫਿਰ ਜੇ ਰੈਂਟ ਤੇ ਦੇਣੀ ਆ ਫਿਰ ਵੀ ਪੂਰੀ ਜਿਹੜੀ ਹੋਣੀ ਚਾਹੀਦੀ ਆ। ਤੇ ਹੁਣ ਰੋਟੀ, ਵੀਜ਼ਾ, ਮਕਾਨ, ਆਪਾਂ ਇਹਨਾਂ ਬੇਸਿਕ ਚੀਜ਼ਾਂ ਤੇ ਜ਼ੋਰ ਪਾ ਰਹੇ ਹਾਂ। ਵੀਜ਼ੇ ਤਾਂ ਚਲੋ ਹੁੰਦਾ ਰਹਿੰਦਾ, ਇਮੀਗ੍ਰੇਸ਼ਨ ਚਲਦੀ ਰਹਿੰਦੀ ਹੈ, ਦੈਟਸ ਫਾਈਨ। ਜ਼ਾਰੀ ਗੱਲ ਹੈ, ਵੀਜ਼ਾ ਹੋਊਗਾ, ਕਾਗਜ਼ ਹੋਣਗੇ, ਜੌਬ ਤੇ ਇਸ ਮੁਲਕ 'ਚ ਮਿਲ ਜਾਣੀ। ਬਿਲਕੁਲ। ਤੀਜੀ ਗੱਲ ਹੈ, ਬੜੇ ਲੋਕ ਇੱਥੇ ਜਿਹੜੇ 15 20 ਸਾਲ ਤੋਂ ਉਹਨਾਂ ਕੋਲ ਹਾਂਜੀ ਹਾਲੀ ਤੱਕ ਵੀ ਰੈਂਟ ਤੇ ਰਹਿ ਰਹੇ, ਧੱਕੇ ਖਾ ਰਹੇ, ਠੀਕ ਹੈ। ਤੇ ਹੁਣ ਆਪਾਂ ਨੇ ਕੀ ਕੀਤਾ ਕਿ ਉਹਨਾਂ ਨੂੰ ਜਿਹੜੇ ਯੂਰਪੀਅਨ ਆਏ, ਸਭ ਤੋਂ ਪਹਿਲੇ ਆਪਣਾ ਪ੍ਰੀ ਸੈਟਲ ਸਟੇਟਸ ਜਾਂ ਸੈਟਲ ਸਟੇਟਸ ਨਾ ਹੋਣ, ਇਹ ਲੈਣੇ ਤੋਂ ਬਾਅਦ ਆਪਾਂ ਹੁਣ ਕੁਝ ਲੈਂਡਰਸ ਹਨ, ਕੁਝ ਬੈਂਕ ਹਨ, ਉਹਨਾਂ ਨਾਲ ਆਪਾਂ ਸੰਪਰਕ ਕੰਟੈਕਟ ਕਰ ਰਹੇ ਹਾਂ ਆਪਣੇ ਮੌਰਗੇਜ ਐਡਵਾਈਜ਼ਰਾਂ ਦੀ ਪੂਰੀ ਟੀਮ ਦੇ ਥਰੂ। ਕੁਝ ਖਾਸ ਲੈਂਡਰ ਅਸਾਂ ਚੁਣੇ ਜਿਨ੍ਹਾਂ ਨੂੰ ਅਸੀਂ ਐਜ਼ ਅ ਵਕੀਲ ਵੀ, ਐਜ਼ ਅ ਪ੍ਰੋਪਰਟੀ ਇਨਵੈਸਟਰ ਵੀ ਸਮਝਾ ਰਹੇ ਹਾਂ ਕਿ ਬਈ ਲੁੱਕ, ਇਹ ਲੋਕੀ ਸੈਟਲ ਹੋ ਗਏ, ਇਹਨਾਂ ਦੀ ਜਾਬਾਂ ਇੱਥੇ ਜਾਂ ਲੱਗ ਚੁੱਕੀਆਂ ਜਾਂ ਲੱਗ ਜਾਣੀਆਂ, ਔਰ ਇਹਨਾਂ ਲੋਕਾਂ ਕੋਲੋਂ ਕੁਝ ਸੇਵਿੰਗ ਵੀ ਹੈਗੀ, ਠੀਕ ਆ। ਸੋ ਜਿੱਦਾਂ ਤੁਸੀਂ ਸੇਵਿੰਗ ਦੀ ਗੱਲ ਕੀਤੀ ਹੈ, ਸੋ ਸੇਵਿੰਗ ਜਿਹੜੇ ਯੂਰਪ ਤੋਂ ਆਏ ਹੋਏ ਨੇ ਉਹਨਾਂ ਦੀ ਸੇਵਿੰਗ ਇੱਥੇ ਹੀ ਹੋਣੀ ਚਾਹੀਦੀ ਹੈ, ਜਾਂ ਜਿਹੜੇ ਯੂਰਪ ਦੇ ਵਿੱਚ ਵੀ ਉਹਨਾਂ ਦੀ ਸੇਵਿੰਗ ਹੈਗੀ ਉਹ ਵੀ ਸ਼ੋਅ ਕਰ ਸਕਦੇ ਹੋ? ਬੜਾ ਸੋਹਣਾ ਸਵਾਲ ਕੀਤਾ, ਕਿਉਂਕਿ ਇਸ ਮੁਲਕ ਵਿੱਚ ਮਨੀ ਲਾਂਡਰਿੰਗ ਦੇ ਕਾਨੂੰਨ ਹੈਗੇ। ਅਗਰ ਤੁਸੀਂ ਸੋਰਸ ਆਫ ਸੇਵਿੰਗ ਦੱਸ ਸਕਦੇ ਹੋ ਕਿ ਕਿਧਰੋਂ ਆਈ, ਅਗਰ ਆਊਟ ਆਫ ਕੰਟਰੀ ਹੈ, ਉੱਥੇ 3 ਮਹੀਨੇ ਤੋਂ 6 ਮਹੀਨੇ ਤੱਕ ਤੁਹਾਡੇ ਅਕਾਊਂਟਾਂ 'ਚ ਪੀ ਹੋਵੇ, ਤੁਸੀਂ ਉਹ ਸੋਰਸ ਆਫ ਸੇਵਿੰਗ ਜਾਂ ਮਨੀ ਜਾਂ ਗਿਫਟਡ ਡਿਪੋਜ਼ਿਟ ਵੀ ਸ਼ੋ ਕਰਕੇ ਆਪਾਂ ਬੈਂਕ ਨੂੰ ਕਨਵਿੰਸ ਕਰ ਸਕਦੇ ਹਾਂ ਜੀ। ਸ਼ਰਤ ਇਤਨੀ ਆ ਕਿ ਹਰ ਲੈਂਡਰ ਦੀ ਥੋੜੀ ਜਿਹੀ ਆਪਣੀ ਪਾਲਿਸੀ ਹੁੰਦੀ ਆ, ਕੁਝ ਗਿਫਟਡ ਡਿਪੋਜ਼ਿਟ ਤਸਲੀਮ ਕਰਦੇ, ਐਕਸੈਪਟ ਕਰਦੇ, ਕੁਝ ਨਹੀਂ ਕਰਦੇ, ਲੇਕਿਨ ਐਜ਼ ਲੌਂਗ ਐਜ਼ ਸੋਰਸ ਆਫ ਮਨੀ, ਟ੍ਰੇਲ ਆਫ ਮਨੀ ਕਲੀਅਰ ਹੋਵੇ ਤੇ ਬੈਂਕ ਸੀਮ ਟੂ ਐਕਸੈਪਟ, ਬੈਂਕ ਉਹਨੂੰ ਮੰਨ ਲੈਂਦਾ, ਠੀਕ ਆ। ਲੇਕਿਨ ਪ੍ਰੋਬਲਮ ਇੰਦਰ ਸਿਰਫ ਇੱਥੇ ਨਹੀਂ ਆਉਂਦੀ, ਪੈਸੇ ਤੇ ਚਲੋ ਆਪਾਂ ਕੰਟਰੀ ਆ ਜਾਂਦੇ ਜਿਨ੍ਹਾਂ ਕੋਲ ਪੰਜਾਬ ਵਿੱਚ ਵੀ 2 4 5 ਕਿੱਲੇ ਜ਼ਮੀਨਾਂ, ਉਹ ਵੀ ਪੈਸੇ ਮੰਗਾ ਕੇ ਲੈ ਆਵਣਗੇ। ਪ੍ਰੋਬਲਮ ਇਹ ਆ ਕਿ ਇਹਨਾਂ ਲੋਕਾਂ ਨੂੰ ਆਪਾਂ ਨੇ ਗਾਈਡ ਕਿਉਂ ਕਰਨਾ, ਬਿਲਕੁਲ ਇਹਨਾਂ ਨੂੰ ਕਿਉਂ ਗਾਈਡ ਕਰਨਾ ਕਿ ਕਿਹੜੀ ਪ੍ਰਾਪਰਟੀ ਲਓ। ਇਹ ਜੋ ਇਹ ਜੈਸੇ ਮੈਂ ਇੰਡੀਆ ਪ੍ਰਾਪਰਟੀ ਲਵਾਂ, ਪੈਸੇ ਤੇ ਮੇਰੇ ਕੋਲ ਹੋਣਗੇ, ਮਨ ਸਮਝ ਨਹੀਂ ਲੱਗੂਗੀ ਕਿ ਕਿਹੜਾ ਸਿਸਟਮ ਹੈ, ਲੈਂਡ ਰਜਿਸਟਰੀ ਹੈ, ਕਿਹੜੇ ਫਾਇਦੇਮੰਦ ਹੈ ਜਾਂ ਨਹੀਂ, ਕਿਤੇ ਘਾਟਾ ਤਾਂ ਨਹੀਂ ਪਊਗਾ। ਕਿਉਂਕਿ ਛੋਟੇ ਬਿਜ਼ਨਸ ਦੀ ਜੇ ਆਪਾਂ ਗੱਲ ਕਰੀਏ, ਪ੍ਰਾਪਰਟੀ ਘਰ ਵੀ ਆਪਾਂ ਖਰੀਦਣਾ, ਤਾਂ ਉਹ ਵੀ ਸਾਨੂੰ ਦੇਖਣਾ ਪੈਣਾ ਕਿ ਇਹ ਸਾਡੇ ਲਈ ਸਹੀ ਹੈਗਾ ਜਾਂ ਕਿੱਦਾਂ। ਜੀ ਜੀ ਜੀ। ਇਹ ਫਿਰ ਆਪਾਂ ਇਸ ਕੰਪਨੀ ਦੇ ਥਰੂ, ਜਿਹਨੂੰ ਅਸੀਂ ਮੈਨੇਜ ਕਰ ਰਹੇ ਹਾਂ, ਕਿ ਪ੍ਰਾਪਰਟੀ ਇਨਵੈਸਟਮੈਂਟ ਕੰਪਨੀ ਆ, ਆਪਾਂ ਇਸੇ ਪ੍ਰਾਪਰਟੀ ਦੁਕਾਨੇ ਤੋਂ ਲੈ ਕੇ ਮੌਰਗੇਜ ਐਡਵਾਈਜ਼ਰ ਦੇ ਥਰੂ ਮੌਰਗੇਜ ਸਿਕਿਉਰ ਕਰਵਾ ਕੇ, ਔਰ ਕਨਵੈਂਸਿੰਗ ਜਿਹਨੂੰ ਕਹਿੰਦੇ ਨੇ ਕਿ ਮਕਾਨਾਂ ਦੀ ਜਿਹੜੀ ट्रांसफर डीड, वो अपनी दूसरी जी वकालत वाली फर्म है, एडवोकेट वाली फर्म, उसके थ्रू पूरा पैकेज दे रहे हैं। ये असी अपने इन्हें लोगों की हैल्प कर रहे हैं, ठीक है। फिर दूजी गल है, बहुत सारे लोग जड़े इत्थे अगे वो कह रहे हैं कि चलो एक मकान तो हो गया, एक मकान तो आपने दूजा मकान लेना, जिस असी बाय टू लैट इन्वेस्टमेंट कहते हैं, BTL जी यूके के अंदर टर्म यूज होती है। हाँ जी, हाँ जी। आप उस विच भी लोगों को एक जानकारी, एक इन्फॉर्मेशन, एक उन्होंने रहनुमाई कर रहे हैं, ठीक है। फिर बहुत सारे लोग ऐसे अगे जो यूरोप तो 15 18 साल उन्हें जॉबां कीतियां, बिजनेस किए, पैसे आ गए, वो कहते भाजी लोग मकान भी आप लै लेना, लेकिन जॉबां साढ़े को दोबारा वो मेहनत मजदूरियां नहीं होनियां, क्योंकि उन्होंने ऑलरेडी एक स्ट्रगल कर चुके हैं। वो मन कहते भाजी तुसीं ऐसा करो, सानू ऐसी प्रॉपर्टी लैके दो जिसे शॉप भी होवे या बिजनेस भी होवे, प्लस रहने की जगह भी होवे। तो इंदर असी यूके जी प्रॉपर्टी नू मिक्स यूज डिवेलपमेंट कहते हैं, जिससे आपां दा थले बिजनेस भी चलता रहूगा और आपां रह भी सकते हैं, ठीक है। तो ये बड़ी आइडियल डीलां होंदियां, ते आपां इन्हां लोगां नू इस ते भी जड़ियां डीलां आंदियां, जड़ा मेरा नैटवर्क हैगा प्रॉपर्टी स्टेट एजेंट दे या रियल स्टेट दे अंदर, ਆਪਾਂ ਉਹਨਾਂ ਨੂੰ ਵੀ ਇਹ ਰਹਿਨੁਮਾਈ ਅਸੀਂ ਦੇ ਰਹੇ ਹਾਂ ਕਿ ਮਿਕਸ ਯੂਜ਼ ਡਿਵੈਲਪਮੈਂਟ ਕਿਹੜੀ ਲੈਣੀ ਆ। ਫਿਰ ਮਿਕਸ ਯੂਜ਼ ਡਿਵੈਲਪਮੈਂਟ ਦੇ ਅੰਦਰ ਕੁਝ ਐਸੇ ਬਿਜ਼ਨਸ ਅਗੇ ਜਿਹੜੇ ਬੜੇ ਲੁਕਰੇਟਿਵ ਅਗੇ, ਮਸਲਨ ਪੋਸਟ ਆਫਿਸ ਹੋ ਗਿਆ, ਠੀਕ ਹੈ, ਮਸਲਨ ਕੁਝ ਆਫ ਲਾਇਸੈਂਸਿਸ ਹੋ ਗਿਆ, ਠੀਕ ਹੈ, ਮਸਲਨ ਕੁਝ ਫੂਡ ਆਊਟਲੈਟਸ ਹੋ ਗਏ, ਠੀਕ ਹੈ। ਤੇ ਆਪਾਂ ਭਰਪੂਰ ਤਰੀਕੇ ਨਾਲ ਜ਼ੋਰ ਸ਼ੋਰ ਨਾਲ ਇਹਨਾਂ ਲੋਕਾਂ ਨੂੰ ਉਸ ਤਰਫ ਹੀ ਅਸੀਂ ਇਹਨਾਂ ਦੀ ਗਾਈਡੈਂਸ ਦੇ ਰਹੇ ਹਾਂ। ਤੇ ਇਹ ਕਿ ਅਸੀਂ ਛੋਟੇ ਜਿਹੜਾ ਬੇਬੀ ਸਟੈਪ ਤੋਂ ਅਸੀਂ ਸ਼ੁਰੂ ਕੀਤਾ ਇਹਨਾਂ ਲੋਕਾਂ ਵਾਸਤੇ ਜੀ, ਔਰ ਇਹਨਾਂ ਨੂੰ ਅਸੀਂ ਅੱਗੇ ਹੱਥ ਪੜ ਕੇ ਆਪਣੇ ਭੈਣ ਭਾਈਆਂ ਨੂੰ ਅਸੀਂ ਲੈ ਕੇ ਅੱਗੇ ਜਾ ਰਹੇ ਹਾਂ, ਠੀਕ ਹੈ। ਤੇ ਇਸ ਨਜ਼ਰੀਏ ਦੇ ਤਹਿਤ, ਇਸ ਜ਼ਰੂਰਤ ਦੇ ਤਹਿਤ ਜਿਹੜੇ 2.5 ਸਾਲਾਂ ਦੇ ਵੀਜ਼ਿਆਂ ਤੇ ਜਾਂ ਜਿਹੜੇ ਯੂਰਪੀਅਨ ਭੈਣ ਭਾਈ ਹਨ,
ਆਪਾਂ ਉਹਨਾਂ ਦੀ ਦੋਨੋਂ ਜਿਹੜੀਆਂ ਡਿਮਾਂਡਾਂ ਜਿਹੜੀਆਂ ਜ਼ਰੂਰਤਾਂ ਆਪਾਂ ਉਹਨਾਂ ਨੂੰ ਪੂਰੀ ਕਰੀਆਂ। ਨਹੀਂ ਬਿਲਕੁਲ ਜੀ, ਕਿਉਂਕਿ ਜੇ ਆਪਾਂ ਗੱਲ ਕਰੀਏ ਜਦੋਂ ਵੀ ਅਸੀਂ ਕਿਸੇ ਵੀ ਕੰਟਰੀਜ਼ ਦੇ ਵਿੱਚ ਰਹਿੰਦੇ ਹਾਂ, ਖਾਸ ਕਰਕੇ ਹੁਣ ਜੇ ਆਪਾਂ ਗੱਲ ਕਰੀਏ ਬਹੁਤ ਸਾਰੇ ਯੂਰਪ ਤੋਂ ਲੋਕ ਜਿਹੜੇ ਇੰਗਲੈਂਡ ਦੇ ਵਿੱਚ ਆਏ ਨੇ, ਚਾਹੇ ਅਸੀਂ ਉਹ ਆਪਣੀ ਕਮਿਊਨਿਟੀ ਦੇ ਪੰਜਾਬੀ ਕਮਿਊਨਿਟੀ ਗੱਲ ਕਰੀਏ, ਪਾਕਿਸਤਾਨ ਦੇ ਕਮਿਊਨਿਟੀ ਦੀ ਗੱਲ ਕਰੀਏ, ਜਾਂ ਹੋਰ ਵੀ ਯੂਰਪੀਅਨ ਜਿਹੜੇ ਇੱਥੇ ਆਏ ਨੇ ਉਹਨਾਂ ਨੂੰ ਪ੍ਰੋਬਲਮਸ ਜਿਹੜੀਆਂ ਆਉਂਦੀਆਂ ਨੇ। ਸੋ ਗੱਲ ਇਹ ਆ ਕਿ ਕੋਈ ਨਾ ਕੋਈ ਜ਼ਰੂਰ ਚਾਹੀਦਾ ਜਿਹੜਾ ਸਾਨੂੰ ਗਾਈਡ ਕਰ ਸਕੇ। ਐਕਚੁਅਲੀ ਪੇਪਰ ਵਰਕ ਨੂੰ ਲੈ ਕੇ ਕਈ ਵਾਰੀ ਸਾਨੂੰ ਨਹੀਂ ਪਤਾ ਹੁੰਦਾ, ਲੈਂਗੁਏਜ ਦੀ ਗੱਲ ਕਰੀਏ ਸਾਨੂੰ ਨਹੀਂ ਪਤਾ ਹੁੰਦਾ। ਸੋ ਗੱਲ ਇਹ ਆ ਕਿ ਦੂਸਰੀ ਕੰਟਰੀ ਤੋਂ ਆ ਕੇ ਥੋੜਾ ਜਿਹਾ ਐਡਜਸਟ ਹੋਣ ਨੂੰ ਟਾਈਮ ਲੱਗਦਾ, ਪਰ ਘਬਰਾਓ ਨਹੀਂ, ਸਮਾਂ ਲੱਗਦਾ ਹੈਗਾ। ਇਸ ਸਮੇਂ ਦੇ ਨਾਲ ਨਾਲ ਐਡਜਸਟਮੈਂਟ ਵੀ ਹੋ ਜਾਂਦੀ ਆ। ਬਸ ਗੱਲ ਇਹ ਹੈ ਕਿ ਕੋਈ ਸਹੀ ਸਲਾਹ ਦੇਣ ਵਾਲਾ ਹੋਵੇ, ਸਹੀ ਗਾਈਡ ਕਰਨ ਵਾਲਾ ਹੋਵੇ। ਸੋ ਬਿਲਕੁਲ ਜੀ, ਤੁਸੀਂ ਫੋਨ ਕਾਲ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਸਕਦੇ ਹੋ। ਤੁਹਾਡੇ ਕੋਲ ਕੋਈ ਕੁਐਸਚਨ ਹੈ ਪ੍ਰੋਪਰਟੀ ਨੂੰ, ਜੇ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਰੈਂਟ ਤੇ ਦੇਣ ਲਈ ਵੀ, ਜਾਂ ਤੁਸੀਂ ਨਵੀਂ ਕੋਈ ਪ੍ਰੋਪਰਟੀ ਖਰੀਦਣੀ ਆ, ਕੋਈ ਕਾਰੋਬਾਰ ਖਰੀਦਣਾ, ਜਿਵੇਂ ਹੁਣੇ ਜਵੇਰ ਜੀ ਨੇ ਗੱਲ ਕੀਤੀ ਕਿ ਕੁਝ ਲੋਕ ਜਿਹੜੇ ਯੂਰਪ ਤੋਂ ਆਏ ਨੇ ਉਹ ਚਾਹੁੰਦੇ ਨੇ ਕਿ ਚਾਹੇ ਸਾਨੂੰ ਛੋਟਾ ਜਿਹਾ ਬਿਜ਼ਨਸ ਨਾਲ ਰਿਹਾਇਸ਼ ਹੋਵੇ, ਇਦਾਂ ਦਾ ਥੋੜਾ ਜਿਹਾ ਮਿਲ ਜਾਵੇ ਤੇ ਸਾਡੀ ਜਿਹੜੀ ਆ ਉਹ ਵਧੀਆ ਜਿਹੜਾ ਰੋਜ਼ਗਾਰ ਵੀ ਸ਼ੁਰੂ ਹੋ ਗਿਆ ਤੇ ਨਾਲ ਦੇ ਨਾਲ ਰਹਿਣ ਦਾ ਜਿਹੜਾ ਉਹਨਾਂ ਦਾ ਰਹਿਣ ਬਸੇਰਾ ਵੀ ਬਣ ਗਿਆ। ਸੋ ਗੱਲ ਆਪਾਂ ਕਰਦੇ ਹਾਂ ਕਿ ਜੇ ਆਪਾਂ ਯੂਰਪ ਦੀ ਗੱਲ ਕਰੀਏ ਤੇ ਖਾਸ ਕਰਕੇ ਜਿਹੜੇ ਇੰਡੀਆ ਤੋਂ ਵੀ ਕਈ ਆਏ ਹੋਏ ਨੇ, ਲਾਈਕ ਜਿਹਦਾ ਸਟੂਡੈਂਟਸ ਨੇ ਜਾਂ ਹੋਰ ਜਿਹੜੇ ਨੇ, ਤੇ ਉਹਨਾਂ ਨੂੰ ਵੀ ਕਈ ਰੈਂਟ ਤੇ ਪ੍ਰੋਪਰਟੀ ਲੈਣ 'ਚ ਵੀ ਪ੍ਰੋਬਲਮ ਆਉਂਦੀ ਆ। ਤੇ ਜਾਂ ਆਪਾਂ ਜੇ ਗੱਲ ਕਰੀਏ ਜੇ ਕਿਸੇ ਤੋਂ ਹੈ ਕਿ ਉਹਨਾਂ ਕੋਲ ਪੈਸਾ ਵੀ ਹੈ ਜਾਂ ਕਿਸ ਤਰ੍ਹਾਂ ਸ਼ੋਅ ਕਰਕੇ ਪ੍ਰੋਪਰਟੀ ਬਾਏ ਵੀ ਕਰ ਸਕਦੇ ਨੇ। ਹਾਂ ਇੰਦਰ, ਇਹ ਬੜੀ ਚੰਗੀ ਕੋਰ ਤੁਸੀਂ ਗੱਲ ਕੀਤੀ ਆ। ਚਲੋ ਯੂਰਪ ਵਾਲੇ ਤੇ ਇੱਥੇ ਆ ਜਾਵਣਗੇ, ਉਹਨਾਂ ਦੀ ਤੇ ਫ੍ਰੀ ਮੂਵਮੈਂਟ ਹੈਗੀ ਆ 6 ਮਹੀਨੇ ਤੱਕ। ਉਸ ਤੋਂ ਬਾਅਦ ਓਬਵੀਅਸਲੀ ਅਗਰ ਉਹ ਸੈਟਲ ਹੋਣਾ ਚਾਹੁੰਦੇ ਤੇ ਉਹਨਾਂ ਨੂੰ ਵੀ ਵੀਜ਼ਾ ਚਾਹੀਦਾ ਹੋਊਗਾ, ਠੀਕ ਹੈ। ਜਿਹੜੇ ਤੁਹਾਨੂੰ ਪਤਾ ਕਿ 3 ਜੂਨ ਦੀ ਜਿਹੜੀ ਡੈਡਲਾਈਨ ਲੱਗੀ ਆ, ਜਿਹੜਾ ਬ੍ਰੈਕਸਿਟ ਹੋ ਰਿਹਾ ਫਾਈਨਲ, ਠੀਕ ਹੈ। ਜਿਹੜੇ ਲੋਕਾਂ ਪ੍ਰੀ ਸੈਟਲ ਸਟੇਟਸ ਨਹੀਂ ਅਪਲਾਈ ਕੀਤਾ ਜਾਂ ਜਿਹੜੇ ਕਿਸੇ ਕਾਰਨ ਤੋਂ ਨਹੀਂ ਆ ਸਕੇ ਇੰਗਲੈਂਡ ਦੇ ਅੰਦਰ, ਉਹ 6 ਮਹੀਨੇ ਤੱਕ ਤੇ ਆ ਜਾ ਸਕਣਗੇ। ਉਸ ਤੋਂ ਬਾਅਦ ਉਹਨਾਂ ਨੂੰ ਸੈਟਲ ਹੋਣਾ ਤੇ ਉਹਨਾਂ ਨੂੰ ਵੀ ਵੀਜ਼ਾ ਚਾਹੀਦਾ ਹੁੰਦਾ। ਤੇ ਸਾਨੂੰ ਇਹ ਜੇ ਲੋਕਾਂ ਨੇ ਵੀ ਕੰਟੈਕਟ ਕੀਤਾ ਕਿ ਜਿਹੜੇ ਕਹਿੰਦੇ ਨੇ ਭਾਈ ਸਾਹਿਬ ਅਸੀਂ ਹੁਣ ਯੂਕੇ ਦੇ ਅੰਦਰ ਪ੍ਰਾਪਰਟੀਆਂ ਦੇ ਥਰੂ ਹੀ ਆਪਣਾ ਜਾਂ ਵੀਜ਼ਾ ਲਵਾਂਗੇ ਜਾਂ ਬਿਜ਼ਨਸ ਕਰਾਂਗੇ। ਤੇ ਮੈਂ ਆਪਣੇ ਸੁਣਨੇ ਵਾਲਿਆਂ ਨੂੰ, ਤੱਕਣੇ ਵਾਲਿਆਂ ਨੂੰ ਇਸ ਪਲੇਟਫਾਰਮ ਦੇ ਥਰੂ ਇੱਕ ਚੰਗੀ ਜੀ ਖੁਸ਼ਖਬਰੀ ਦੱਸਣਾ ਕਿ ਜਿਹੜੇ ਲੋਕੀ ਆਪਣਾ ਇੰਡੀਆ ਤੋਂ ਆਉਣਾ ਚਾਹੁੰਦੇ ਜਾਂ 3 ਜੂਨ ਤੋਂ ਬਾਅਦ ਜਿਹੜੇ ਯੂਰਪ ਤੋਂ ਆਉਣਾ ਚਾਹੁੰਦੇ, ਉਹਨਾਂ ਸਾਰਿਆਂ ਨੂੰ ਵੀਜ਼ਾ ਲੈਣਾ ਪਊਗਾ, ਠੀਕ ਆ। ਸਿਰਫ ਫਰਕ ਇਹ ਆ ਕਿ ਯੂਰਪੀਅਨ ਨੂੰ ਸਿਰਫ ਆ ਜਾ ਸਕਦੇ ਲੇਕਿਨ ਉਹ ਪੱਕਾ ਨਹੀਂ ਰਹਿ ਸਕਦੇ। ਤੇ ਉਹਨਾਂ ਨੂੰ ਕਰਨਾ ਕੀ ਆ ਕਿ 3-4 ਵੀਜ਼ਾ ਕੈਟੇਗਰੀਜ਼ ਹੈਗੀਆਂ ਯੂਕੇ ਦੇ ਅੰਦਰ, ਠੀਕ ਆ। ਉਸ ਵਿੱਚ ਇਨਵੈਸਟਮੈਂਟ ਵੀਜ਼ਾ ਆਉਂਦਾ, ਉਸ ਵਿੱਚ ਐਂਟਰਪ੍ਰੈਨਰ ਵੀਜ਼ਾ ਆਉਂਦਾ, ਉਸ ਵਿੱਚ ਸਟਾਰਟਅਪ ਵੀਜ਼ਾ ਆਉਂਦਾ, ਉਸ ਵਿੱਚ ਓਵਰਸੀਜ਼ ਸੋਲ ਰਿਪਰੈਜ਼ੈਂਟੇਟਿਵ ਵੀਜ਼ਾ ਆਉਂਦਾ। ਅਗਰ ਆਪ ਦਾ ਪੰਜਾਬ ਵਿੱਚ ਜਾਂ ਕਿਸੇ ਵੀ ਜਗ੍ਹਾ ਤੇ ਦੁਨੀਆ 'ਚ ਯੂਰਪ ਵਿੱਚ ਪ੍ਰੋਪਰਟੀਆਂ ਦੇ ਅੰਦਰ ਆਪਾਂ ਦਾ ਇੰਟਰਸਟ ਹੈਗਾ ਜਾਂ ਬਿਜ਼ਨਸ ਹੈਗਾ, ਤੇ ਆਪਾਂ ਅਗਰ ਇਨਵੈਸਟਮੈਂਟ ਵੀਜ਼ਾ ਹੈਗਾ ਤੇ ਮਿਨੀਮਮ ਇਨਵੈਸਟਮੈਂਟ ਆਪਾਂ ਨੇ 2 ਮਿਲੀਅਨ ਪਾਉਂਡ ਦੀ ਸ਼ੋਅ ਕਰਨੀ ਆ ਇੰਗਲੈਂਡ ਦੇ ਵਿੱਚ। ਇੰਗਲੈਂਡ ਦੇ ਵਿੱਚ ਜੀ ਉਹਨੇ ਪੈਸੇ ਇੰਗਲੈਂਡ ਵਿੱਚ ਹੋਵਣ ਜਾਂ ਦੁਨੀਆ 'ਚ ਕਿਧਰੇ ਵੀ ਹੋਵਣ, ਦੈਟ ਡਜ਼ਨਟ ਮੈਟਰ, ਫਰਕ ਨਹੀਂ ਪੈਂਦਾ, ਠੀਕ ਹੈ। ਲੇਕਿਨ ਇਹ ਜਿਹੜੀ ਪਹਿਲੀ ਕੈਟੇਗਰੀ ਹੈ 2 ਮਿਲੀਅਨ ਪਾਉਂਡ, ਇਹ ਸ਼ਾਇਦ ਥੋੜੀ ਜ਼ਿਆਦਾ ਆ ਜਾਂਦੀ ਆ ਕਿ 2 ਮਿਲੀਅਨ ਪਾਉਂਡ ਦੀ ਕੋਈ ਵੀ ਬਿਜ਼ਨਸਮੈਨ ਸਾਰੀ ਇੱਕਦਮ ਪ੍ਰਾਪਰਟੀ ਨਹੀਂ ਲਊਗਾ, ਅਨਲੈਸ ਕਿ ਕੋਈ ਬਹੁਤ ਜ਼ਿਆਦਾ ਜਿਹਦਾ ਐਸਟੈਬਲਿਸ਼ ਬਿਜ਼ਨਸ ਹੋਊ। ਤੇ ਆਪਾਂ ਗੱਲ ਕਰਦੇ ਹਾਂ ਆਪਣੀ ਜਿਹੜੀ ਕਮਿਊਨਿਟੀ ਦੇ ਅੰਦਰ ਜਿਨ੍ਹਾਂ ਕੋਲ ਇਸ ਕੋਲੋਂ ਘੱਟ ਪੈਸੇ ਨੇ। ਸੋ ਮੈਕਸਿਮਮ ਮਤਲਬ ਕਿ 2 ਮਿਲੀਅਨ ਸ਼ੋਅ ਕਰਨਾ ਪੈਣਾ ਤੁਹਾਨੂੰ ਅਗਰ ਇਹ ਇਨਵੈਸਟਮੈਂਟ ਵੀਜ਼ਾ ਹੈ ਜਿਸੇ 3 ਸਾਲ ਵਿੱਚ ਬੰਦਾ ਪੱਕਾ ਹੋ ਜਾਂਦਾ ਹੈ, ਠੀਕ ਹੈ। ਉਸ ਤੋਂ ਥੱਲੇ ਵਾਲੀ ਵੀ ਕੈਟੇਗਰੀਜ਼ ਹਨ ਜਿਸ ਵਿੱਚ ਇੱਕ ਹੈ 50,000 ਵਾਲੀ ਔਰ ਇੱਕ ਹੈ ਜਿਸ ਵਿੱਚ ਕੁਝ ਪੈਸਾ ਵੀ ਨਹੀਂ ਚਾਹੀਦਾ। ਅੱਛਾ ਜੀ। ਫਰਕ ਇਤਨਾ ਸਿਰਫ ਇੱਕ ਨੂੰ ਕਹਿੰਦੇ ਸਟਾਰਟਅਪ, ਇੱਕ ਨੂੰ ਕਹਿੰਦੇ ਐਂਟਰਪ੍ਰੈਨਰ। ਫਰਜ਼ ਕਰੋ ਮੈਂ 1-2 ਬੰਦੇ ਜਾਣਦਾ ਇੰਡੀਆ ਦੇ, ਉਹਨਾਂ ਨੇ, ਤੁਸੀਂ ਯਕੀਨ ਨਹੀਂ ਕਰੋਗੇ, ਉਹਨਾਂ ਪ੍ਰਾਪਰਟੀਆਂ 'ਚ ਆਪਣਾ ਪੈਸਾ ਨਹੀਂ ਲਾਇਆ ਲੇਕਿਨ ਉਹਨਾਂ ਪ੍ਰਾਪਰਟੀ ਲੈਣ ਦੀ ਇੱਕ ਸਟ੍ਰੈਟਜੀ ਬਣਾਈ ਆ। ਜੈਸੇ ਹੋਟਲ ਹੋ ਗਏ, 에ਅਰਪੋਰਟਾਂ ਦੇ ਨਾਲ ਹੋਟਲ ਰੈਂਟ ਤੇ ਲਾਤੇ, ਉਹਨਾਂ ਇਸ ਸਟ੍ਰੈਟਜੀ ਤੋਂ ਐਡਾ ਪੈਸਾ ਬਣਾ ਲਿਆ ਕਿ ਉਹ ਰਾਤੋਂ ਰਾਤ ਮਿਲੀਅਨਰ ਦੀ ਸਿਫਤ 'ਚ ਆ ਗਏ, ਲਾਈਨ 'ਚ ਆ ਗਏ। ਤੇ ਆਪਾਂ ਦੇ ਤੁਹਾਨੂੰ ਪਤਾ 1.3 ਬਿਲੀਅਨ ਦੀ ਆਬਾਦੀ ਆ ਇੰਡੀਆ ਦੇ ਅੰਦਰ, ਐਡੇ ਟੈਲੈਂਟਡ ਲੋਕ ਹੈਗੇ। ਤੇ ਉਹ ਹੁਣ ਮਨ ਉੱਥੋਂ ਫੋਨ ਵੀ ਕਰਦੇ, ਅਪਰੋਚ ਵੀ ਕਰਦੇ ਕਿ ਭਾਜੀ ਸਾਡਾ ਇੰਟਰਸਟ ਪ੍ਰਾਪਰਟੀ ਲਾਈਨ ਦੇ ਅੰਦਰ ਆ, ਜਾਂ ਕੋਈ ਵੀ ਐਸਾ ਬਿਜ਼ਨਸ ਹੋਵੇ ਜਿਹੜਾ ਬੜਾ ਇਨੋਵੇਟਿਵ ਹੋਵੇ, ਜਿਹੜਾ ਬੜਾ ਐਕਸਪੈਂਡੇਬਲ, ਸਕੇਲੇਬਲ ਹੋਵੇ। ਤੇ ਅਸੀਂ ਅਗਰ ਯੂਕੇ 'ਚ ਆਈਏ ਪ੍ਰਾਪਰਟੀ ਦੇ ਬਿਜ਼ਨਸ ਨੂੰ ਲੈ ਕੇ, ਤੇ ਅਸੀਂ ਇਸ ਚੀਜ਼ ਕੇ ਜੋ ਇਨਵੈਸਟ ਕਰ ਸਕਦੇ ਹਾਂ। ਤੇ ਜਿਹੜਾ ਇਨਵੈਸਟਮੈਂਟ ਵੀਜ਼ਾ ਹੈ ਉਸ ਵਿੱਚ ਆਪ ਦੇ ਸਿਰਫ 2 ਮਿਲੀਅਨ ਪਾਉਂਡ ਹੋਵੇ, ਇੱਕ ਬੰਦਾ ਹੋਵੇ ਜਾਂ ਇੱਕ ਤੋਂ ਜ਼ਿਆਦਾ ਹੋਵਣ, ਪੈਸੇ ਕਿਸੇ ਵੀ ਹੋ ਸਕਦੇ, ਦੈਟਸ ਫਾਈਨ। ਲੇਕਿਨ ਜਿਹੜੇ 50,000 ਪਾਉਂਡ ਵਾਲਾ ਜਿਹੜਾ ਇੰਡੀਅਨ ਤੁਹਾਡਾ
ਆਲਮੋਸਟ 50 ਲੱਖ ਬਣ ਜਾਂਦਾ ਜੀ 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 ਉਸ ਵਿੱਚ ਤੁਸੀਂ ਆ ਤੇ ਸਕਦੇ ਹੋ ਅੱਛਾ ਜੀ ਲੇਕਿਨ ਉਸ ਵਿੱਚ ਤੁਹਾਨੂੰ ਕੋਈ ਸਪਾਂਸਰ ਚਾਹੀਦਾ ਕੋਈ ਸਪਾਂਸਰਸ਼ਿਪ ਬਾਡੀ ਚਾਹੀਦੀ ਜੀ। ਜਿਸ ਤਰ੍ਹਾਂ ਇਮੀਗ੍ਰੇਸ਼ਨ ਕਾਨੂੰਨ ਦੇ ਅੰਦਰ ਇੰਡੋਰਸਿੰਗ ਬਾਡੀ ਕਹਿੰਦੇ ਨੇ ਅਗਰ ਉਹ ਇੰਡੋਰਸਿੰਗ ਬਾਡੀ ਤੋਂ ਸਾਨੂੰ ਆਖੇ ਜੀ ਸਾਨੂੰ XYZ ਦਾ ਪ੍ਰੋਪਰਟੀ ਚੁਰਾਣੇ ਦਾ ਬਿਜ਼ਨਸ ਕੰਸਟਰਕਸ਼ਨ ਦਾ ਬਿਜ਼ਨਸ ਇਨਫੈਕਟ ਕੋਈ ਵੀ ਬਿਜ਼ਨਸ ਸਾਨੂੰ ਬਹੁਤ ਜ਼ਿਆਦਾ ਪਸੰਦ ਆਗਾ ਤੇ ਅਸੀਂ ਇਹਨੂੰ ਸਪਾਂਸਰ ਕਰਦੇ ਹਾਂ ਅੱਛਾ ਇੰਡੋਰਸਿੰਗ ਲੈਟਰ ਦਿੰਦੇ ਹਾਂ Okay। ਇਸ ਦੀ ਸਕਿੱਲ ਨੂੰ ਇੰਡੋਰਸ ਕਰਦੇ ਹਾਂ ਤੇ ਇਹ ਲੋਕ ਵੀ ਯੂਕੇ ਦੇ ਅੰਦਰ ਆਪਣੇ ਅਕਾਊਂਟ ਵਿੱਚ 50,000 ਸ਼ੋ ਕਰਨ ਇੰਡੋਰਸਿੰਗ ਬਾਡੀ ਦੀ ਸਪਾਂਸਰਸ਼ਿਪ ਲਵਨ ਯੂਕੇ ਦੇ ਅੰਦਰ ਇਹ ਨੋਟ ਕਰਨ ਵਾਲੀ ਚੀਜ਼ ਹੈ ਕਿ ਯੂਕੇ ਦੇ ਬੈਂਕ ਵਿੱਚੋਂ ਬੈਂਕ ਅਕਾਊਂਟ ਹੋਵੇ ਅਗੇਨ ਪੈਸੇ ਕਿਧਰ ਵੀ ਹੋ ਸਕਦੇ ਨੇ ਯੂਕੇ ਵਿੱਚ ਅੱਛਾ। ਹੋਵਨ ਜਾਂ ਯੂਕੇ ਤੋਂ ਬਾਹਰ ਵੀ ਹੋਵਨ Okay, ਸਿਰਫ ਹੋਮ ਆਫਿਸ ਦੇ ਬੈਂਕਾਂ ਦੀ ਇੱਕ ਲਿਸਟ ਦਿੱਤੀ ਆ ਪੂਰੀ ਦੁਨੀਆ 'ਚ ਇਹਨਾਂ ਬੈਂਕਾਂ 'ਚ ਹੋਵਨ ਓਕੇ ਮਤਲਬ ਕਿ ਕੁਝ ਲਿਮਿਟਡ ਬੈਂਕ ਜਿਹੜੀਆਂ ਹੈਗੀਆਂ ਉਹਨਾਂ ਦੇ ਨੋ ਕੀ ਹੈ ਲੇਕਿਨ ਫਿਰ ਵੀ ਬਹੁਤ ਬੈਂਕ ਹਨ ਬੇਤਹਾਸ਼ਾ ਬੈਂਕ ਹਨ Okay। ਔਰ ਪੂਰਾ ਇੱਕ ਹੋਮ ਆਫਿਸ ਦਾ ਅਪੈਂਡਿਕਸ ਹੈਗਾ ਇੱਕ ਲਿਸਟ ਲੱਗੀ ਜਿਸ ਵਿੱਚ ਉਹਨਾਂ ਨੇ ਦੱਸਿਆ ਅਗਰ ਇਹਨਾਂ ਬੈਂਕਾਂ 'ਚ ਪੈਸੇ ਹੈਗੇ ਸੇਵਿੰਗ ਹੈਗੀ ਆ 50,000 ਪਾਉਂਡ ਤੱਕ ਹੈਗਾ ਯੂਕੇ ਦੀ ਅੰਦਰ ਕੋਈ ਕੰਪਨੀ ਆ ਜਿਹਨੂੰ ਅਸੀਂ ਇੰਡੋਰਸਿੰਗ ਬਾਡੀ ਕਹਿੰਦੇ ਨੇ ਉਹ ਤੁਹਾਨੂੰ ਇੰਡੋਰਸਿੰਗ ਲੈਟਰ ਦੇਵਨ ਕਿ ਹਾਂਜੀ ਅਸੀਂ XYZ ਦਾ ਇਹ ਬਿਜ਼ਨਸ ਆਈਡੀਆ ਪਸੰਦ ਕਰਦੇ ਹਾਂ ਤੇ ਇਹ ਲੋਕੀ ਵੀ ਯੂਕੇ ਦੇ ਅੰਦਰ ਉਸ 50,000 ਦੀ ਇਨਵੈਸਟਮੈਂਟ ਨੂੰ ਲੈ ਕੇ ਕਰ ਸਕਦੇ ਵੀਜ਼ਾ ਲੈ ਸਕਦੇ ਨੇ ਔਰ ਮਜ਼ੇ ਦੀ ਗੱਲ ਇਹ ਵੀਜ਼ਾ ਸਿਰਫ 3 ਸਾਲ ਦਾ ਹੁੰਦਾ ਔਰ 3 ਸਾਲ ਦੇ ਬਾਅਦ ਤੁਸੀਂ ਪੱਕੇ ਹੋ ਜਾਂਦੇ ਹੋ ਅੱਛਾ ਨਹੀਂ ਇਹ ਤਾਂ ਚਲੋ ਵੀਜ਼ੇ ਦੀ ਗੱਲ ਆ ਗਈ ਜਿੱਦਾਂ ਪਰ ਆਪਾਂ ਪ੍ਰਾਪਰਟੀਆਂ ਦੀ ਗੱਲ ਸਕਦੇ ਹੋ ਸੋ ਉਹ ਆਪਣਾ ਇੱਥੇ ਬਿਜ਼ਨਸ ਜਿਹੜਾ ਐਸਟੈਬਲਿਸ਼ ਕਰ ਸਕਦੇ ਨੇ ਇੱਥੇ ਆਪਣਾ ਜੇ 50,000 ਦਾ ਸ਼ੋਅ ਕਰਕੇ ਹਾਂਜੀ ਪ੍ਰਾਪਰਟੀ ਦੇ ਅੰਦਰ ਕੁਝ ਵੀ ਕਰ ਸਕਦੇ ਨੇ ਸਿਰਫ ਪ੍ਰਾਪਰਟੀ ਦੀ ਸੇਲ ਪਰਚੇਜ਼ ਨਹੀਂ ਕਰ ਸਕਦੇ ਅੱਛਾ। ਉਹ ਕੰਸਟਰਕਟ ਕਰ ਸਕਦੇ ਨੇ ਰੈਨੋਵੇਟ ਕਰ ਸਕਦੇ ਨੇ ਰੈਂਟ ਤੇ ਲਾ ਸਕਦੇ ਨੇ ਲੇਕਿਨ ਪ੍ਰਾਪਰਟੀ ਬਾਈ ਐਂਡ ਸੈਲ ਨਹੀਂ ਕਰ ਸਕਦੇ ਅੱਛਾ ਇਹ ਵੀ ਮੀਨਸ ਕੀ ਹੈ ਰੂਲ ਇਹ ਵੀ ਇਮੀਗ੍ਰੇਸ਼ਨ ਰੂਲ ਦੇ ਅੰਦਰ ਹੈ ਓਕੇ ਕਿਉਂਕਿ ਉਹ ਕਹਿ ਰਹੇ ਨੇ ਤੁਸੀਂ ਆਪਣੇ ਪਰਸਨਲ ਗੇਨ ਵਾਸਤੇ ਪ੍ਰਾਪਰਟੀਆਂ ਲੈ ਜਾਂ ਵੇਚ ਨਹੀਂ ਸਕਦੇ Okay। ਤੁਸੀਂ ਇਕਨੋਮੀ ਨੂੰ ਕਹਿਸੋ ਹਾਊ ਯੂ ਬੈਨੀਫਿਟ ਦੀ ਇਕਨੋਮੀ ਠੀਕ ਆ ਕਿਉਂਕਿ ਉਹਨਾਂ ਨੂੰ ਤਾਂ ਮੇਨ ਮਕਸਦ ਆ ਕਿ ਸਾਡੀ ਕੰਟਰੀ ਦੀ ਜਿਹੜੀ ਇਕਨੋਮੀ ਆ ਉਹ ਗਰੋ ਜੀ ਕਿੱਦਾਂ ਕਰਨੀ ਨਾ ਕਿ ਤੁਸੀਂ ਆਪਣੀ ਪ੍ਰਾਪਰਟੀਆਂ ਬਣਾ ਕੇ ਲੈਂਡਲੌਰਡ ਬਣੇ ਫਿਰੋ ਆਬਵੀਅਸਲੀ ਤੁਸੀਂ ਜਦ ਉਹ ਮੇਨ ਬਿਜ਼ਨਸ ਕਰ ਲਓ ਆਪਣੀਆਂ ਵੀ ਖਰੀਦ ਸਕਦੇ ਹੋ ਕੰਪਨੀ ਬਣਾ ਕੇ ਇਸ ਆਪਾਂ SPV ਕਹਿੰਦੇ ਨੇ ਸਪੈਸ਼ਲ ਪਰਪਸ ਵਹੀਕਲ ਕੰਪਨੀ Okay। ਜਿਹੜੀ ਸਿਰਫ ਪ੍ਰਾਪਰਟੀਆਂ ਨੂੰ ਡੀਲ ਕਰਦੀ ਆ ਅੱਛਾ ਇਹ ਜੀ ਟਰਮ ਹੈ ਪ੍ਰਾਪਰਟੀਆਂ ਦੀ ਜਿਹੜੀ ਕੰਪਨੀਆਂ ਸਿਰਫ ਪ੍ਰਾਪਰਟੀਆਂ ਨੂੰ ਮੈਨੇਜ ਕਰਦੀਆਂ ਨੇ ਉਹਦਾ ਇੱਕ ਸਪੈਸ਼ਲ ਵਹੀਕਲ ਹੁੰਦਾ ਇੱਕ ਨਾਂ ਹੁੰਦਾ SPV ਕਹਿੰਦੇ ਨੇ ਜੀ ਬਹੁਤ ਸਾਰੇ ਜਿਹੜੇ ਪੁਰਾਣੇ ਲੈਂਡਲੋਰਡ ਹਨ ਉਹਨਾਂ ਨੂੰ ਇਹ ਗੁਰ ਆਉਂਦਾ ਹੈ ਕਿ SPV ਇੱਕ ਐਸੀ ਕੰਪਨੀ ਹੁੰਦੀ ਆ ਲਿਮਿਟਿਡ ਕੰਪਨੀ ਹੁੰਦੀ ਆ ਜਿਸ ਵਿੱਚ ਇੱਕ ਤੋਂ ਜ਼ਿਆਦਾ ਵੀ ਮਾਲਕ ਹੋ ਸਕਦੇ ਬੈਂਕ ਉਹਨਾਂ ਨੂੰ ਪੈਸੇ ਇੱਕਦਮ ਦੇ ਦਿੰਦੀ ਆ ਓਕੇ ਠੀਕ ਹੈ ਕਿ ਭਾਈ ਇਹ ਕੰਪਨੀ ਬਣੀ ਮਕਸਦ ਵਾਸਤੇ ਕਿ ਤੁਸੀਂ ਪ੍ਰਾਪਰਟੀਆਂ ਵੇਚੋ ਖਰੀਦੋ ਰੈਨੋਵੇਟ ਕਰੋ ਡਿਵੈਲਪ ਕਰੋ ਠੀਕ ਹੈ ਤੇ ਇਹ ਹੋ ਗਈਆਂ ਵੀਜ਼ਾ ਕੈਟਾਗਰੀ ਪ੍ਰਾਪਰਟੀ ਨੂੰ ਯੂਜ਼ ਕਰਦੇ ਹੋਏ ਤੁਸੀਂ ਪ੍ਰਾਪਰਟੀ ਵੀ ਲੈ ਸਕਦੇ ਹੋ ਯਾਨੀ ਕਿ ਉਸ ਬਿਜ਼ਨਸ ਵਿੱਚ ਪੈ ਸਕਦੇ ਹੋ ਔਰ ਵੀਜ਼ਾ ਵੀ ਲੈ ਸਕਦੇ ਹੋ ਠੀਕ ਆ ਠੀਕ ਹੈ ਜੀ ਤੇ ਚੌਥੀ ਇਨਵੈਸਟਮੈਂਟ ਹੋਗੀ ਐਂਟਰਪ੍ਰੀਨਰ ਹੋਗੀ ਸਟਾਰਟਅਪ ਐਸੀ ਕੈਟਾਗਰੀ ਆ ਕਿ ਜਿਸ ਵਿੱਚ ਤੁਹਾਨੂੰ ਕੁਝ ਵੀ ਨਹੀਂ ਚਾਹੀਦਾ ਤੁਸੀਂ ਕਹੇ ਜੀ ਮੈਂ ਬੜਾ ਟੈਲੈਂਟਡ ਆਦਮੀ ਆ ਮੈਂ ਇੱਕ ਇਹ ਜੀ ਐਪ ਬਣਾਈ ਹੈ ਜਿਸ ਵਿੱਚ ਪ੍ਰਾਪਰਟੀਆਂ ਦੀ ਹਰ ਚੀਜ਼ ਅਸੀਂ ਦੱਸ ਸਕਦੇ ਹਾਂ ਠੀਕ ਹੈ ਤੇ ਉਸ ਵਿੱਚ ਤੁਹਾਨੂੰ 2 ਸਾਲ ਦਾ ਵੀਜ਼ਾ ਮਿਲ ਸਕਦਾ ਠੀਕ ਆ ਔਰ ਜਿਹੜੀ ਚੌਥੀ ਕੈਟਾਗਰੀ ਦੇ ਅੰਦਰ ਉਹ ਹੈ ਸੋਲ ਰਿਪਰੈਜ਼ੈਂਟੇਟਿਵ ਵੀਜ਼ਾ ਇਹ ਸਾਰਿਆਂ ਦਾ ਸਭ ਤੋਂ ਚੰਗਾ ਵੀਜ਼ਾ ਹੈਗਾ ਇਸ ਵਿੱਚ ਨਾ ਆਪਾਂ ਨੇ ਕੋਈ ਇਨਵੈਸਟਮੈਂਟ ਸ਼ੋ ਕਰਨੀ ਇਸ ਵਿੱਚ ਨਾ ਆਪਾਂ ਨੂੰ ਕੋਈ ਆਈਡੀਆ ਦੱਸਣਾ ਸਿਰਫ ਇਸ ਇੱਕ ਚੀਜ਼ ਦੱਸਣੀ ਹੈ ਕਿ ਮੇਰੇ ਦੇਸ਼ ਵਿੱਚ ਇੱਕ ਐਸਾ ਬਿਜ਼ਨਸ ਹੈਗਾ ਜਿਹਦੀ ਮੈਂ ਬ੍ਰਾਂਚ ਖੋਲਣਾ ਚਾਹੁੰਦਾ ਅਨਮਨ ਇੰਡੀਆ ਨੇ ਇੰਡੀਆ ਤੇ ਵੀ ਜਾਂ ਕਿਸੇ ਹੋਰ ਕੰਟਰੀ ਤੋਂ ਵੀ ਅਰਬ ਕੰਟਰੀ ਤੋਂ ਕਿਸੇ ਨੇ ਕੰਟੈਕਟ ਕੀਤਾ ਕਿ ਸਾਡੀ ਪ੍ਰਾਪਰਟੀ ਦਾ ਬਿਜ਼ਨਸ ਹੈਗਾ ਅਸੀਂ ਯੂਕੇ ਦੇ ਅੰਦਰ ਇਹਦੀ ਬ੍ਰਾਂਚ ਖੋਲਣਾ ਚਾਹੁੰਦੇ ਹਾਂ ਸਿਰਫ ਫਰਕ ਇਤਨਾ ਹੈ ਕਿ ਤੁਸੀਂ ਜਿਹੜਾ ਬੰਦਾ ਇੱਥੇ ਬ੍ਰਾਂਚ ਖੋਲਣਾ ਚਾਹੁੰਦਾ ਉਹ ਆਪਣੇ ਦੇਸ਼ ਦੇ ਅੰਦਰ 50% ਤੋਂ ਘੱਟ ਦਾ ਸ਼ੇਅਰ ਹੋਲਡਰ ਹੋ ਓਕੇ ਔਰ ਸਭ ਤੋਂ ਐਕਸਪੀਰੀਅੰਸ ਪਰਸਨ ਹੋਵੇ ਉਹ ਉਸ ਕੰਪਨੀ ਦਾ EMPLOYE ਵੀ ਹੋ ਸਕਦਾ ਤੇ ਉਹ ਕਹੇ ਕਿ ਜੀ ਮੈਂ ਇੱਥੇ ਇਸ ਦੀ ਬ੍ਰਾਂਚ ਖੋਲਣੀ ਆ ਔਰ ਇਹ ਸਾਰਾ ਬਿਜ਼ਨਸ ਮੈਂ ਅੱਗੇ ਐਕਸਪੈਂਡ ਕਰਨਾ ਚਾਹੁੰਦਾ ਤੇ ਉਹ ਲੋਕੀ ਵੀ ਇਸ ਬਿਜ਼ਨਸ 'ਤੇ ਆ ਸਕਦੇ ਹਨ ਔਰ ਮਦਦ ਦੀ ਗੱਲ ਹੈ ਇਹ ਸਾਰੀਆਂ ਜਿਹੜੀਆਂ 4 ਕੈਟਾਗਰੀਆਂ ਦੱਸੀਆਂ ਇਨਵੈਸਟਮੈਂਟ ਸਟਾਰਟਅਪ ਐਂਟਰਪ੍ਰੀਨਰ ਸੋਲ ਰਿਪਰੈਜ਼ੈਂਟੇਟਿਵ ਸਟਾਰਟਅਪ ਨੂੰ ਛੋੜ ਕੇ ਬਾਕੀ ਸਾਰਿਆਂ ਤੁਸੀਂ ਪੱਕੇ ਵੀ ਹੋ ਸਕਦੇ ਹੋ ਔਰ ਤੁਹਾਡੀ ਫੈਮਲੀਆਂ ਵੀ ਨਾਲ ਆ ਸਕਦੀਆਂ ਓਕੇ ਠੀਕ ਆ ਤੇ ਇਹ ਇੱਕ ਪ੍ਰਾਪਰਟੀ ਦਾ ਜਿਹੜਾ ਟੂਲ ਹੈਗਾ ਪ੍ਰਾਪਰਟੀ ਦੀ ਜਿਹੜੀ ਇਨਵੈਸਟਮੈਂਟ ਨੂੰ ਯੂਜ਼ ਕਰਕੇ ਆਪਣਾ ਵੀਜ਼ੇ ਵਾਸਤੇ ਵੀ ਯੂਜ਼ ਕਰ ਸਕਦੇ ਹਾਂ ਜੀ 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 ਕਿਉਂਕਿ ਗੱਲ ਅੱਜ ਚੱਲ ਰਹੀ ਹੈ ਪ੍ਰਾਪਰਟੀਆਂ ਦੀ ਲੈਣ ਦੀ ਪ੍ਰਾਪਰਟੀਆਂ ਦੀ ਫਰੋਖਤ ਦੀ ਤੇ ਨਾਲ ਵੀਜ਼ੇ ਕਿਸ ਤਰ੍ਹਾਂ ਕਨੈਕਟਡ ਹੈਗਾ
ਉਹ ਵੀ ਆਪਾਂ ਥੋੜਾ ਜਿਹਾ ਐਕਸਪਲੇਨ ਬਿਲਕੁਲ ਕਰ ਜੀ, ਦਿੱਤਾ। ਕਿਉਂਕਿ ਸੋ ਗੱਲ ਸਾਡੀ ਇਸ ਸ਼ੋਅ ਦੇ ਵਿੱਚ ਹੈਗੀ ਆ ਕਿ ਐਕਚੁਅਲੀ ਪ੍ਰਾਪਰਟੀਆਂ ਨੂੰ ਲੈ ਕੇ, ਕਿ ਜਦੋਂ ਵੀ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਆ ਪ੍ਰਾਪਰਟੀ ਖਰੀਦਣ ਦੇ ਵਿੱਚ ਜਾਂ ਪ੍ਰਾਪਰਟੀ ਰੈਂਟ ਤੇ ਦੇਣ ਦੀ, ਜਿੱਦਾਂ ਹੁਣੇ ਗੱਲਬਾਤ ਕਰ ਰਹੀ ਸੀ ਕਿ 4 ਤਰ੍ਹਾਂ ਉਹਨਾਂ ਨੇ ਦੱਸੇ ਕਿ 4 ਟਾਈਪ ਦੇ ਵਿੱਚ ਤੁਸੀਂ ਜਿਹੜੇ ਆ, ਜੇ ਇੰਡੀਆ ਦੇ ਵਿੱਚ ਹੋ, ਤੁਸੀਂ ਇੱਥੇ ਆਪਣਾ ਕਾਰੋਬਾਰ ਜਿਹੜਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਕਿਵੇਂ ਕਰ ਸਕਦੇ। ਸੋ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਹੋਵੇ, ਸਟੂਡੀਓ ਦਾ ਨੰਬਰ ਜਿਹੜਾ ਉਹ ਸਕਰੀਨ ਦੇ ਉੱਤੇ ਲੱਗਾ ਹੋਇਆ ਆ, ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਇਸ ਟਾਈਮ ਸਾਡੇ ਨਾਲ ਸਵਾਲ ਜਿਹੜੇ ਆ ਉਹ ਕਰ ਸਕਦੇ ਨੇ, ਕਿਉਂਕਿ ਜਵੇਰ ਜੀ ਇੱਥੇ ਨੇ, ਸੋ ਤੁਹਾਡੇ ਸਵਾਲਾਂ ਦੇ ਜਵਾਬ ਜਿਹੜੇ ਉਹ ਦੇ ਸਕਦੇ ਨੇ। ਮੈਨੂੰ ਪਤਾ ਘਰਾਂ ਦੇ ਵਿੱਚ ਸਾਡੇ ਜਿਹੜੇ ਬਜ਼ੁਰਗ ਬੈਠੇ ਹੋਏ ਨੇ, ਸਾਰੀ ਜ਼ਿੰਦਗੀ ਖੂਬ ਕਮਾਈਆਂ ਕੀਤੀਆਂ ਨੇ, ਖੂਬ ਪੈਸਾ ਵੀ ਕਮਾਇਆ ਆ, ਤੇ ਕਈ ਵਾਰੀ ਹੁੰਦਾ ਕਿ ਇਸ ਉਮਰ ਦੇ ਵਿੱਚ ਆ ਕੇ ਉਹਨਾਂ ਨੂੰ ਜਿੱਦਾਂ ਕੋਈ ਪ੍ਰਾਪਰਟੀ ਸੈਲ ਕਰਨੀ ਆ ਜਾਂ ਪ੍ਰਾਪਰਟੀ ਰੈਂਟ ਤੇ ਦੇਣੀ ਆ, ਉਹਨਾਂ ਨੂੰ ਇੱਕ ਇਹ ਹੁੰਦਾ ਕਿ ਜਿਹਨਾਂ ਨੂੰ ਅਸੀਂ ਰੈਂਟ ਤੇ ਵੀ ਦੇਣੀ ਆ ਕੋਈ ਭਰੋਸੇਯੋਗ ਹੋਵੇ। ਸੋ ਇਸ ਕਰਕੇ ਇਹ ਹੁੰਦਾ ਕਈ ਵਾਰੀ ਕਈਆਂ ਦੇ ਨੁਕਸਾਨ ਵੀ ਹੁੰਦੇ ਨੇ। ਸੋ ਇੱਥੇ ਵੀ ਮੈਂ ਜ਼ਰੂਰ ਜਾਣਕਾਰੀ ਲੈਣਾ ਚਾਹੂੰਗੀ ਕਿ ਜਦੋਂ ਰੈਂਟ ਤੇ ਕਿਸੇ ਨੇ ਦੇਣੀ ਆ ਉਹਦੇ ਵਿੱਚ ਕਿਹੜੀਆਂ ਮੁਸ਼ਕਲਾਂ ਜਿਹੜੀਆਂ ਆਉਂਦੀਆਂ ਨੇ। ਚੰਗਾ ਸਵਾਲ ਕੀਤਾ। ਇਹ ਵੀ ਬਹੁਤ ਸਾਰੇ ਆਪਣੇ ਜਿਹੜੇ ਪੁਰਾਣੇ ਲੈਂਡਲੋਡ ਹੋ ਗਏ, ਉਹ ਕਹਿੰਦੇ ਨੇ ਪ੍ਰਾਪਰਟੀ ਲੈਣਾ ਤੇ ਆਸਾਨ ਆ, ਪ੍ਰਾਪਰਟੀ ਨੂੰ ਜਿਹੜੇ ਚੰਗੇ ਲੌਜਰ ਜਾਂ ਟੈਨੈਂਟਸ ਜਾਂ ਕਿਰਾਏਦਾਰ ਪਾਣੇ ਉਹ ਬੜਾ ਮੁਸ਼ਕਿਲ ਹੈਗਾ। ਜੀ ਜੀ ਠੀਕ ਹੈ। ਅੱਜ ਕੱਲ੍ਹ ਗਵਰਨਮੈਂਟ ਨੇ ਕਾਫੀ ਸਟ੍ਰਿਕਟ ਗਾਈਡਲਾइन ਦਿੱਤੀਆਂ ਕਿ ਪਹਿਲੀ ਗੱਲ ਇਹ ਕਿ ਪ੍ਰਾਪਰਟੀ ਸਭ ਤੋਂ ਪਹਿਲੇ ਇਸ ਕਾਬਲ ਹੋਵੇ ਕਿ ਉਹ ਰੈਂਟ ਦੇ ਦੇਣੇ ਦੇ ਕਾਬਲ ਹੋਵੇ, ਜੀ उसकी EPC रिपोर्ट होवे, एनर्जी परफॉर्मेंस सर्टिफिकेट कि प्रॉपर्टी यानी कि सर्दियाँ इतनी गर्म होगी कि ਜਿਹੜੇ ਬੰਦੇ ਰਹਿ ਰਹੇ ਨੇ ਉਹ ਬਿਮਾਰ ਨਾ ਹੋਣ ਜਾਂ ਉਹਨਾਂ ਦੀ ਸਿਹਤ ਖਰਾਬ ਨਾ ਹੋ। ਜੀ ਦੂਜੀ ਗੱਲ ਪ੍ਰਾਪਰਟੀ ਦੇ ਅੰਦਰ ਇਨਸੂਲੇਸ਼ਨ ਠੀਕ ਹੈਗੀ ਆ, ਪ੍ਰਾਪਰਟੀ ਦੇ ਅੰਦਰ ਅਗਰ ਗੈਸ ਜਾਂ ਜਿਹੜੀ ਇਲੈਕਟ੍ਰਿਸਿਟੀ ਲੱਗੀ ਹੈ ਉਹਨਾਂ ਦੇ ਸਰਟੀਫਿਕੇਟ ਹੈਗੇ ਜਿਹਨੂੰ ਗੈਸ ਸਰਟੀਫਿਕੇਟ ਕਹਿੰਦੇ ਨੇ ਜਾਂ ਇਲੈਕਟ੍ਰੀਕਲ ਕੰਡੀਸ਼ਨ ਸਰਟੀਫਿਕੇਟ ਕਹਿੰਦੇ ਨੇ। ਠੀਕ ਆ। ਫਿਰ ਚੌਥੀ ਗੱਲ ਟੈਨੈਂਟ ਨੂੰ ਵੀ ਸਿਕਿਉਰ ਕਰਨੇ ਵਾਸਤੇ ਤੇ ਲੈਂਡਲॉर्ड ਨੂੰ ਵੀ ट्रांसपेरेंट रहने वास्ते उन्हें आखा कि अगर कोई बंदा लैंडलॉर्ड नूं रेंट देंदा उसदे नाल डिपॉजिट हर बंदा लैंदा लैंडलॉर्ड, उन्होंने तुसी सिक्योर करो गवर्नमेंट दी दित्ती हुई डिपॉजिट स्कीम दे तहत, जिहड़ा कि 30 दिन दे अंदर अंदर लैंडलॉर्ड नूं या उहदे जिहड़ा एजेंट आ उन्होंने गवर्नमेंट दी स्कीम विच डिपॉजिट पाउणा पैंदा और टैनेंट नूं उहदा नंबर देना पैंदा। ये ते प्रॉपर्टी नूं लीगली तौर ते देने दा एक तरीकेकार दस्सिया गया जी। और जो इंपोर्टेंट चीज़ हैगी आ कि जिहड़ा टैनेंट हैगा, ठीक आ, उन्होंने राइट टू रेंट होना चाहिए। ये तुहानूं पता है कि ये कानून कुछ साल पहले आया, 2-1 साल पहले या 3 साल पहले मैक्सिमम आया होगा कि जिहड़ा भी बंदा लैंडलॉर्ड कोल कार लऊगा उन्होंने राइट टू रेंट होना चाहिए। जिस तरह राइट टू वर्क होंदा, ठीक है, राइट टू वीज़ा होंदा, राइट टू रेंट भी होंदा कि राइट टू रेंट इनू इस मकान इस कंट्री रेंट दे देने वास्ते राइट हैगा। अदरवाइज लैंडलॉर्ड नूं भी फाइन हो सकदा और जिहड़ा टैनेंट प्रॉपर्टी रहिंदा उसदी इंश्योरेंस भी वैलिड नहीं होंदी क्योंकि लैंडलॉर्ड नूं प्रॉपर्टी इंश्योर करवानी पैंदी आ बाय लॉ। अगर प्रॉपर्टी के अंदर कोई रब ना करे कोई अनहोनी, कोई अग लग जाए या कोई फ्लड आ जाए या कोई भी नुकसान हो जाए, आफत आवे ते ओहदे नाल नुकसान हो जाए जी। हाँ जी, ते ओ बंदा अगर टेनेंसी नहीं हैगी या राइट टू रेंट नहीं हैगा ते लैंडलॉर्ड नूं ਲੱਖਾਂ ਕਰੋੜਾਂ ਦਾ ਨੁਕਸਾਨ ਵੀ ਹੋ ਸਕਦਾ। ਠੀਕ ਹੈ। ਕਿਉਂਕਿ ਹੁਣ ਕਾਨੂੰਨ ਥੋੜੇ ਜਿਹੇ ਚੇਂਜ ਹੁੰਦੇ ਜਾ ਰਹੇ ਨੇ ਤੇ ਅਗਰ ਆਪਾਂ ਜਿਹੜੇ ਯੂਰਪ ਤੋਂ ਬੰਦੇ ਆ ਰਹੇ ਅਗਰ ਉਹਨਾਂ ਨੇ ਕਿਸੇ ਨੂੰ ਮਕਾਨ ਦੇਣਾ ਜਾਂ ਖੁਦ ਲੈਣਾ ਤੇ ਉਹਨਾਂ ਨੂੰ ਦੋਨੋਂ ਤਰਫਾਂ ਤੋਂ ਪਤਾ ਹੋਣਾ ਚਾਹੀਦਾ ਕਿ ਉਹਨਾਂ ਦੇ ਕੀ ਰਾਈਟਸ ਹਨ ਔਰ ਅਗਰ ਇਹ ਯੂਰਪੀਅਨ ਜਾਂ ਇਹ ਸਾਡੇ ਜਿਹੜੇ ਬੰਦੇ ਜਿਹੜੇ ਭੈਣ ਭਾਈ ਲੈਂਡਲॉर्ड ਹਨ ਤੇ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਸਾਹਮਣੇ ਜ਼ਹਿਨੀ ਰੱਖਣੀਆਂ ਚਾਹੀਦੀਆਂ। ਬਿਲਕੁਲ ਜੀ, ਆ ਜਿਹੜੀ ਤੁਸੀਂ ਗੱਲ ਕੀਤੀ ਹੈ ਜਵੇਰ ਰਸ਼ੀਦੀ ਜੀ, ਬਹੁਤ ਵਧੀਆ ਕਿ ਐਕਚੁਅਲੀ ਦੇ ਵਿੱਚ ਜੇ ਆਪਾਂ ਗੱਲ ਕਰੀਏ ਕਿ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਰਾਈਟਸ ਕੀ ਨੇ। ਸੋ ਇੱਥੇ ਗੱਲ ਇਹ ਆ, ਵੈਸੇ ਤਾਂ ਲੜਾਈ ਜਿਹੜੀ ਹੱਕਾਂ ਦੀ ਆ ਹਮੇਸ਼ਾ ਜੇ ਆਪਾਂ ਗੱਲ ਕਰੀਏ, ਪਰ ਪਤਾ ਸਾਨੂੰ ਜ਼ਰੂਰ ਹੋਣਾ ਚਾਹੀਦਾ ਚਾਹੇ ਅਸੀਂ ਪ੍ਰੋਪਰਟੀ ਜਿਹੜੀ ਉਹ ਖਰੀਦਣੀ ਆ ਜਾਂ ਪ੍ਰੋਪਰਟੀ ਅਸੀਂ ਰੈਂਟ ਤੇ ਲੈਣੀ ਆ ਜਾਂ ਦੇਣੀ ਆ। ਸੋ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਐਕਚੁਅਲ ਦੇ ਵਿੱਚ ਰਾਈਟ ਜਿਹਨੇ ਦੇਣੀ ਆ ਪ੍ਰੋਪਰਟੀ ਉਹਨਾਂ ਦੇ ਕੀ ਨੇ, ਜਿਹਨੇ ਲੈਣੀ ਆ ਉਹਨਾਂ ਦੇ ਕੀ ਨੇ। ਸੋ ਬਿਲਕੁਲ ਜੀ, ਤੁਸੀਂ ਜਿਹੜੇ ਕੋਈ ਜੇ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਹੈ ਇਸ ਤਰ੍ਹਾਂ ਦੀ ਪ੍ਰੋਪਰਟੀ ਦੇ ਨਾਲ ਜਿਹੜੇ ਆ ਰਿਲੇਟਡ ਹੈਗੀ ਆ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਟੂਡੀਓ ਦੇ ਨੰਬਰ ਤੇ ਸ਼ੋਅ ਦੇ ਟਾਈਮ ਹੁਣ ਵੀ ਕਾਲ ਕਰ ਸਕਦੇ ਹੋ, ਬਾਅਦ ਵਿੱਚ ਵੀ ਕਰ ਸਕਦੇ ਹੋ। ਮੇਰੇ ਖਿਆਲ ਸਾਡੇ ਨਾਲ ਕਾਲਰ ਜੁੜ ਚੁੱਕੇ ਨੇ, ਪਹਿਲਾਂ ਕਾਲ ਲੈ ਲੈਂਦੇ ਆ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। हेलो, गुड इवनिंग मैडम। सत श्री अकाल जी, स्वागत है जी। की कहना चाहते हो जी? हेलो, मेरा सवाल है वे कि इन इमिग्रेशन टर्म्स एनआरओ की मतलब है, एनआरओ व्हाट डज इट स्टैंड फॉर इन इमिग्रेशन टर्म्स? एज वकील साहब को सवाल करना सी।
ਮੈਂ ਮਾਫੀ ਚਾਹੂੰਗੀ, ਵੈਸੇ ਸ਼ੋਅ ਜਿਹੜਾ ਇਹ ਅੱਜ ਪ੍ਰਾਪਰਟੀ property ਨਾਲ ਨਾਲ ਰਿਲੇਟਡ ਜਿਹੜਾ ਚੱਲ ਰਿਹਾ, ਜੇ ਤੁਹਾਡੇ ਕੋਲ ਕੋਈ ਵੀ ਸਵਾਲ ਹੈਗਾ ਪ੍ਰਾਪਰਟੀ ਦੇ ਨਾਲ ਰਿਲੇਟਡ, ਕਿਉਂਕਿ ਇਸ ਸ਼ੋਅ ਦੇ ਵਿੱਚ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ। ਇਮੀਗ੍ਰੇਸ਼ਨ ਦਾ ਨਹੀਂ ਹੈ ਸਵਾਲ? ਨਹੀਂ ਜੀ, ਇਹ ਪ੍ਰਾਪਰਟੀ ਦਾ ਸ਼ੋਅ ਆ, ਸੋ ਤੁਸੀਂ ਕਾਲ ਕਰਕੇ ਸਾਨੂੰ ਜਾਣਕਾਰੀ ਜਿਹੜੀ ਲੈ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਪ੍ਰਾਪਰਟੀ ਤੁਸੀਂ ਖਰੀਦਣੀ ਆ ਜਾਂ ਰੈਂਟ ਤੇ ਦੇਣੀ ਆ, ਉਹਦੇ ਬਾਰੇ ਤੁਸੀਂ ਸਵਾਲ ਜਿਹੜਾ ਇਸ ਪ੍ਰੋਗਰਾਮ 'ਚ ਕਰ ਸਕਦੇ ਹੋ। ਅੱਛਾ, ਮੈਂ ਸਮਝਿਆ ਸ਼ਾਇਦ ਇਮੀਗ੍ਰੇਸ਼ਨ ਦਾ ਵੀ ਧੰਨਵਾਦ ਸਵਾਲ ਕਰ ਜੀ, ਸਕਦਾ। ਬਹੁਤ ਬਹੁਤ ਧੰਨਵਾਦ ਜੀ। ਸੋ ਮੈਂ ਇੱਕ ਵਾਰੀ ਫਿਰ ਸਾਡੇ ਦਰਸ਼ਕ ਜਿਹੜੇ ਪ੍ਰੋਗਰਾਮ ਦੇਖ ਰਹੇ ਨੇ ਉਹਨਾਂ ਨੂੰ ਮੈਂ ਇੱਕ ਵਾਰੀ ਫਿਰ ਦੱਸ ਦਿੰਦੀ ਆ ਕਿ ਅੱਜ ਸ਼ੋਅ ਦੇ ਵਿੱਚ ਸਿਟੀ ਸਟੇਟ ਐਂਡ ਵੈਲਫੇਅਰ ਤੋਂ ਜੁਵੇਰ ਰਸ਼ੀਦ ਸਾਡੇ ਕੋਲ ਪਹੁੰਚੇ ਹੋਏ ਨੇ। ਇਹਨਾਂ ਕੋਲੋਂ ਅਸੀਂ ਸਲਾਹ ਮਸ਼ਵਰਾ ਲੈਣਾ, ਨਾਲ ਦੇ ਨਾਲ ਜਾਣਕਾਰੀ ਲੈਣੀ ਆ। ਜੇ ਕਿਸੇ ਨੂੰ ਪ੍ਰਾਪਰਟੀ ਖਰੀਦਣ ਦੇ ਵਿੱਚ ਪ੍ਰੋਬਲਮ ਆ ਰਹੀ ਆ, ਜੇ ਮੌਰਗੇਜ ਲੈਣ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਆ, ਜਾਂ ਪ੍ਰਾਪਰਟੀ ਰੈਂਟ ਤੇ ਦੇਣ ਲਈ ਕੋਈ ਪ੍ਰੋਬਲਮ ਆ ਰਹੀ ਆ, ਜਾਂ ਜੇ ਕਿਸੇ ਨੇ ਕਮਰਸ਼ੀਅਲ ਪ੍ਰਾਪਰਟੀ ਲੈਣੀ ਆ, ਛੋਟਾ ਕਾਰੋਬਾਰ ਕੋਈ ਖਰੀਦਣਾ ਆ, ਤਾਂ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਆ, ਇਸ ਸ਼ੋਅ ਦੇ ਵਿੱਚ ਤੁਸੀਂ ਉਸ ਦੇ ਨਾਲ ਰਿਲੇਟਡ ਜਿਹੜੇ ਸਵਾਲ ਆ ਉਹ ਰੱਖ ਸਕਦੇ ਤੇ ਉਹਨਾਂ ਦੇ ਜਵਾਬ ਜਿਹੜੇ ਆ ਉਹ ਜਵੇਰ ਜਿਹੜੇ ਆ ਉਹ ਦੇਣਗੇ। ਸੋ ਜਵੇਰ ਰਸ਼ੀਦ ਦੀ ਇੱਕ ਗੱਲ ਹੋਰ ਮੈਂ ਪੁੱਛਣਾ ਚਾਹੂੰਗੀ, ਜਿੱਦਾਂ ਤੁਸੀਂ ਗੱਲ ਕੀਤੀ ਯੂਰਪ ਤੋਂ ਜਿਹੜੇ ਆ ਰਹੇ ਨੇ ਉਹਨਾਂ ਨੂੰ ਇੱਕ ਤਾਂ ਲੈਂਗੁਏਜ ਦੀ ਪ੍ਰੋਬਲਮ ਜਿਹੜੀ ਕਾਫੀ ਹੁੰਦੀ ਆ, ਚਾਹੇ ਆਪਾਂ ਉਹ ਕਿਸੇ ਤਰ੍ਹਾਂ ਦੀ ਵੀ ਗੱਲ ਕਰੀਏ, ਕੋਈ ਵੀ ਇੱਥੇ ਆ ਕੇ ਕੋਈ ਵੀ ਡਾਕੂਮੈਂਟ ਬਣਾਉਣਾ ਜਾਂ ਕੁਝ ਵੀ ਕਰਨਾ, ਜੇ ਪ੍ਰਾਪਰਟੀ ਖਾਸ ਕਰਕੇ ਖਰੀਦਣ ਦੀ ਜਿੱਦਾਂ ਗੱਲ ਤੁਸੀਂ ਪਹਿਲਾਂ ਕੀਤੀ ਕਿ ਜਿਹੜੇ ਯੂਰਪ ਤੋਂ ਆਏ ਨੇ ਮੋਸਟਲੀ ਵੈਲ ਸੈਟਲਡ ਨੇ, ਉਹਨਾਂ ਕੋਲ ਹੈ ਵੀ ਸਾਰਾ ਕੁਝ, ਪਰ ਫਿਰ ਵੀ ਉਹਨਾਂ ਨੂੰ ਕਾਫੀ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ ਲੈਂਗੁਏਜ ਨੂੰ ਲੈ ਕੇ, ਜਾਂ ਕਹਿ ਲਓ ਕਿ ਸਮਝ ਨਹੀਂ ਲੱਗਦੀ ਕਿ ਕਿੱਦਾਂ ਕਰੀਏ। ਸਹੀ। ਇੱਕ ਹੋਰ ਬੜੀ ਇੰਪੋਰਟੈਂਟ ਚੀਜ਼ ਮੈਂ ਇੱਥੇ ਮੈਂਸ਼ਨ ਕਰਨਾ ਚਾਹੁੰਦਾ, ਕੁਝ ਸਾਡੇ ਭੈਣ ਭਾਈ ਯੂਰਪ ਤੋਂ ਆਏ, ਆਣੇ ਨਾਲ ਹੀ ਉਹ ਆਕਸ਼ਨਾਂ 'ਚ ਜਾ ਕੇ ਉਹਨਾਂ ਜੰਪ ਮਾਰੀ ਆ ਕਿ ਸਾਨੂੰ ਆਕਸ਼ਨ ਤੋਂ ਪ੍ਰਾਪਰਟੀ ਲੈਂਦੇ ਆ ਉਹ ਸ਼ਾਇਦ ਸਾਨੂੰ ਸਸਤੀ ਮਿਲ ਜਾਊ। ਲੇਕਿਨ ਐਜ਼ ਅ ਪ੍ਰਾਪਰਟੀ ਇਨਵੈਸਟਰ, ਐਜ਼ ਅ ਪ੍ਰਾਪਰਟੀ ਲਾਇਰ, ਮੈਂ ਆਪਣੇ ਇਹਨਾਂ ਭੈਣ ਭਾਈਆਂ ਨੂੰ ਇੱਕ ਬੜਾ ਕਹੂੰਗਾ, ਗੌਰ ਨਾਲ ਸੁਣੋ ਪਲੀਜ਼, ਕਿ ਆਕਸ਼ਨ ਤੋਂ ਪ੍ਰਾਪਰਟੀ ਲੈਣੇ ਤੋਂ ਪਹਿਲੇ ਆਕਸ਼ਨ ਪੈਕ ਜ਼ਰੂਰ ਪੜੋ, ਕਿਉਂਕਿ ਆਕਸ਼ਨ ਪੈਕ ਦੇ ਅੰਦਰ ਇਹ ਕਲੀਅਰਲੀ ਲਿਖਾ ਹੁੰਦਾ ਕਿ ਜਿਹੜਾ ਬੰਦਾ ਆਕਸ਼ਨ ਕਰਵਾ ਰਿਹਾ, ਜਿਹੜੀ ਕੰਪਨੀ ਵੀ ਆਕਸ਼ਨ ਕਰਵਾ ਰਹੀ, ਭਲੇ ਉਹ ਆਨਲਾਈਨ ਬਿਡਿੰਗ ਹੋਊ, ਭਲੇ ਫੇਸ ਟੂ ਫੇਸ ਜਾ ਕੇ ਬਿਡਿੰਗ ਹੋਊ, ਉਹਨਾਂ ਦੀ ਆਪਣੀ ਟਰਮਸ ਐਂਡ ਕੰਡੀਸ਼ਨ ਹੁੰਦੀਆਂ। ਉਸ ਵਿੱਚ 5000 ਤੋਂ ਲੈ ਕੇ 10,000 ਲੈ ਕੇ ਜਾਂ 5% ਜਾਂ 1% ਵੀ ਉਹ ਆਪਣੀ ਚਾਰਜ ਕਰਦੇ। ਤੇ ਪ੍ਰਾਪਰਟੀ ਜਿਹੜੀ ਆਕਸ਼ਨ ਤੋਂ ਬੰਦਾ ਲੈਂਦਾ, ਉਸ ਦਾ ਮਕਸਦ ਇਹੀ ਹੁੰਦਾ ਆਪਾਂ ਦਾ ਕਿ ਪ੍ਰਾਪਰਟੀ ਮਾਰਕੀਟ ਦੀ ਵੈਲਿਊ ਤੋਂ ਜਿਹੜੀ ਕਰੰਟ ਵੈਲਿਊ ਸਸਤੀ ਲਓ। ਤੇ ਜਦੋਂ ਤੁਸੀਂ ਮਾਰਕੀਟ ਤੋਂ 5-10 ਹਜ਼ਾਰ ਸਸਤੀ ਲੈਂਦੇ ਹੋ ਤੇ ਬਾਅਦ ਚੋਂ ਪਤਾ ਲੱਗਦਾ ਆਕਸ਼ਨ ਪੈਕ ਦੇ ਅੰਦਰ ਲਿਖਾ ਪਿਆ ਕਿ ਤੁਹਾਨੂੰ 5-10 ਹਜ਼ਾਰ ਫੀਸ ਉੱਤੇ ਔਨ ਟਾਪ ਦੇਣੀ ਪੈ ਜਾਂਦੀ ਹੈ। ਤੇ ਉਹ ਤੁਸੀਂ ਜਿਹੜੀ ਕੈਸ਼ ਤੇ ਪ੍ਰਾਪਰਟੀ ਲੈਂਦੇ ਹੋ ਜਾਂ ਅੱਗੇ ਪਿੱਛੇ ਰੀਮੋਰਗੇਜ ਕਰਾ ਕੇ ਲੈਂਦੇ ਹੋ, ਉਹ ਕੋਈ ਦਾ ਫਾਇਦਾ ਨਹੀਂ ਹੁੰਦਾ। ਤੇ ਆਕਸ਼ਨ ਪੈਕ ਜ਼ਰੂਰ ਪੜੋ, उसका जो ऑक्शन पैक के अंदर उसका जो टाइटल डीड होंदा वो पढ़ो कि इस प्रॉपर्टी का टाइटल क्लीयर हैगा या नहीं हैगा। ठीक है, तो ये मैं बड़ी कहूँगा क्योंकि मैं रिसेंटली एक केस किया पाया अपने किसी भाई का, तो उन्हें समझी कि प्रॉपर्टी मन बड़ी सस्ती मिली आ, लेकिन जो बाद चो आपने चैक की है उन्हें मार्केट वैल्यू के मुताबिक उसकी जी वैल्यू सी उन्होंने कोई खास फायदा नहीं होया। अच्छा जी, इतना स्ट्रेस लैके। सो मेन चीज़ ये है कि सानू पहला इस चीज़ नू जरूर देखना चाहिए कि एक्चुअली उस प्रॉपर्टी नू जिन्हों असीं खरीदण लगे हाँ कि उहदी मेन वैल्यू है की। जी जी, सो बिल्कुल जी, इस तरह की जानकारी के लिए कोशिश करांगे कि हर हफ्ते तुहाडे लई शो लैके आए कि जिहदे विच प्रॉपर्टी नाल रिलेटेड कोई भी तुहाडीआं मुश्किलां होण उन्हां दे सवालां दे जवाब जिहड़े ने वो जवेर जी जिहड़े सानू दे सकण। सो जवेर जी, प्रॉपर्टी नू लैके जदों आपां गल करदे हां, जिहड़े छोटे कारोबार जिद्दां खरीदण दी गल करिए आपां थोड़ी जी उहदे बारे भी जानकारी लैंदे हां। घर दीआं ते जिहड़ियां ओह भी चलदियां रहणगीआं ने, साडे कोलों सवाल जिहड़े आउणगे ओह अगले हफ्ते असीं तुहाडे नाल जिहड़े डिस्कस करांगे। सो जिहड़े छोटे कारोबारां दी आपां गल करिए, जिहड़े यूरोप तो आए ने लोग उन्हां नूं भी यही जिद्दां हैगा कि छोटे कारोबार जिहड़े करने ने, खास करके पर जिहड़े इत्थे रहिंदे ने, जिहड़े शुरू तो इत्थे रहिंदे ने, उन्हां ने अपने कारोबार जिहड़े हुंदे ओह रेंट ते देने आ जां लीज ते जिद्दां हुंदे आ, उन्हां दे बारे जे कोई कईयां नूं मुश्किलां आउंदियां जी। ये भी एक चंगा तुसां दस्सिया, जिहड़ी रेजिडेंशियल प्रॉपर्टियां होंदियां असीं उन्हां नूं नॉर्मली टेनेंसी एग्रीमेंट कहंदे आ यूके दे कानून दे मुताबिक। ठीक है, अनलैस अगर लॉन्ग टर्म ते तुसां दी रेजिडेंशियल दे अंदर जिहड़ी जिथे बंदा खुद रहिंदा उन्होंने फिर लीज ते लै जांदे आ, लेकिन जिहड़ी कमर्शियल प्रॉपर्टियां होंदियां उन वास्ते नॉर्मली लीसिस होंदियां, या उन्होंने लीज कहंदे न या असाइनमेंट ऑफ लीज कहंदे न। मैं इसकी मिसाल ये जो देंदा, जो मैं लैंडलॉर्ड लगा और मैं तुसानू अपनी प्रॉपर्टी भी दे रहा ते तुसानू अपना बिजनेस भी दे रहा, ते मैं तुसानू लीज से दूंगा जी 5 साल तो लैके 100 साल तक भी हो सकती है, 25 साल तक भी हो सकती है। ठीक है, ठीक है। अगर मैं लीज से नाल, तो मैक्सिमम कितने साल दी हुंदी? मैक्सिमम इजा कोई नहीं, तुसी 200 साल दी ले लो तुसी। अच्छा। ठीक है, नॉर्मली 25 साल दी होंदी आ नॉर्मली जिहड़ी प्राइवेट इंडिविजुअल करदियां, लेकिन जिहड़ी
ਕਾਉਂਸਲ ਦੇ ਨਾਲ ਜਾਂ ਗਵਰਨਮੈਂਟ ਦੇ ਨਾਲ ਹੁੰਦੀਆਂ ਉਹ 99 ਈਅਰ ਦੀ ਵੀ ਹੁੰਦੀਆਂ 199 ਈਅਰ ਦੀ ਵੀ ਹੁੰਦੀਆਂ ਅੱਛਾ ਜੀ that's how far it goes it can go ਠੀਕ ਹੈ ਆਪਾਂ ਨੇ ਜੀ ਲੀਸਾਂ ਵੀ ਡੀਲ ਕੀਤੀਆਂ ਲੇਕਿਨ ਉਹ ਡਿਪੈਂਡ ਕਰਦਾ ਹੈ ਕਿ ਪ੍ਰਾਪਰਟੀ ਕਿਸ ਏਰੀਆ ਤੇ ਸੋ ਮੈਨੀ ਡਿਫਰੈਂਟ ਫੈਕਟਰਸ ਠੀਕ ਹੈ ਜੀ ਜੀ ਤੇ ਆਪਾਂ ਨੇ ਅਗਰ ਤੁਹਾਨੂੰ ਲੀਜ਼ ਦੇਣੀ ਆ ਬ੍ਰਾਂਡ ਨਿਊ ਦੇਣੀ ਆ ਤੇ ਲੀਸ ਆ ਅਗਰ ਲੀਸ ਮੇਰੇ ਕੋਲ ਆਲਰੇਡੀ ਹੈਗੀ ਫਰਜ਼ ਕਰੋ ਕਿਸੇ ਹੋਰ ਬੰਦੇ ਨੂੰ ਮੈਂ ਦਿੱਤੀ ਉਹ ਬੰਦਾ ਅਗਰ ਤੁਹਾਨੂੰ ਦੇਣਾ ਚਾਹੁੰਦਾ ਇਹਨੂੰ ਅਸਾਈਨਮੈਂਟ ਆਫ ਲੀਜ਼ ਕਹਿੰਦੇ ਨੇ ਠੀਕ ਹੈ ਯਾਨੀ ਇੱਕ ਹੁੰਦੀ ਹੈ ਲੀਜ਼ ਜਿਹੜਾ ਲੈਂਡਲੋਰਡ ਨਾਰਮਲੀ ਡਾਇਰੈਕਟ ਦੇ ਸਕਦਾ ਟੈਨੈਂਟ ਨੂੰ ਕਮਰਸ਼ੀਅਲ ਪ੍ਰਾਪਰਟੀ 'ਚ ਔਰ ਅਗਰ ਕਿਸੇ ਬੰਦੇ ਕੋਲ ਲੱਗੀ ਆ ਉਹ ਬੰਦਾ ਅੱਗੇ ਕਿਸੇ ਹੋਰ ਨੂੰ ਦੇਣਾ ਚਾਹੁੰਦਾ ਤੇ ਉਹ ਲੀਜ਼ ਅਸਾਈਨ ਕਰਦਾ ਤੀਜੇ ਬੰਦੇ ਨੂੰ ਤੇ ਇਸ ਨੂੰ ਅਸਾਈਨਮੈਂਟ ਆਫ ਲੀਜ਼ ਕਹਿੰਦੇ ਤੇ ਇਹ ਜਿਹੜੇ ਬੰਦੇ ਅਸਾਈਨਮੈਂਟ ਆਫ ਲੀਜ਼ ਲੈਂਦੇ ਤੇ ਮੈਂ ਉਹਨਾਂ ਨੂੰ ਇਸ ਵਿੱਚ ਕਹੂੰਗਾ ਚਾਰ ਚੀਜ਼ਾਂ ਬੜੇ ਹੋਰ ਨਾਲ ਪੜ੍ਹੇ ਉਸ ਵਿੱਚ ਇੱਕ ਟਰਮ ਆਫ ਦਾ ਲੀਜ਼ ਇੱਕ ਲੀਜ਼ ਦੀ ਜਿਹੜੀ ਕੰਸੈਂਟ ਹੈਗੀ ਆ ਲੈਂਡਲੋਰਡ ਦੀ ਕਿ ਲੈਂਡਲੋਰਡ ਨੂੰ ਪਤਾ ਸੀ ਕਿ ਇਹ ਲੀਜ਼ ਤੀਜਾ ਬੰਦਾ ਲੈ ਰਿਹਾ ਚੌਥੀ ਲੀਜ਼ ਤੀਸਰੀ ਲੀਜ਼ ਦੀ ਬ੍ਰੇਕ ਕਲੋਜ਼ ਕਿ ਕਿੰਨੇ ਅਰਸੇ ਬਾਅਦ ਫਰਜ਼ ਕਰੋ 25 ਸਾਲ ਦੀ ਲੀਜ਼ ਆ ਤੇ 25 ਸਾਲ ਤੋਂ ਬਾਅਦ ਉਸ ਦੇ ਅੰਦਰ 5 ਸਾਲ ਤੋਂ ਬਾਅਦ ਇੱਕ ਕਲੋਜ਼ ਹੈ ਬ੍ਰੇਕ ਕਲੋਜ਼ ਕਿ 5 ਸਾਲ ਤੋਂ ਬਾਅਦ ਦੋਨੋਂ ਪਾਰਟੀਆਂ ਚੋਂ ਕੋਈ ਵੀ ਪਾਰਟੀ ਜਿਹਨੂੰ ਬਿਜ਼ਨਸ ਪਸੰਦ ਨਹੀਂ ਹੈ ਆਪਣੀ ਮਰਜ਼ੀ ਨਾਲ ਨਿਕਲ ਸਕਦਾ ਇਹਨੂੰ ਬ੍ਰੇਕ ਕਲੋਜ਼ ਕਹਿੰਦੇ ਨੇ ਔਰ ਚੌਥੀ ਇੰਪੋਰਟੈਂਟ ਚੀਜ਼ ਹੈ ਰੈਂਟ ਰਿਵਿਊ ਕਿਉਂਕਿ ਨਾਰਮਲੀ ਇਸ ਕੰਟਰੀ ਦੇ ਅੰਦਰ ਹਰ 3 ਸਾਲ ਤੋਂ ਬਾਅਦ ਜਾਂ 5 ਸਾਲ ਤੋਂ ਬਾਅਦ ਨਾਰਮਲੀ ਲੈਂਡਲੋਰਡ ਰੈਂਟ ਰਿਵਿਊ ਰੱਖਾ ਹੁੰਦਾ ਰੈਂਟ ਰਿਵਿਊ ਨਾਰਮਲੀ 5 ਤੋਂ 10% ਹਰ ਸਾਲ ਮਾਰਕੀਟ ਦੇ ਨਾਲ ਉੱਤੇ ਜਾਂਦਾ ਰਹਿੰਦਾ ਤੇ ਜਿਹੜੀ ਕਮਰਸ਼ੀਅਲ ਪ੍ਰਾਪਰਟੀਆਂ ਲੈਂਦੇ ਬੰਦੇ ਠੀਕ ਹੈ ਉਹਨਾਂ ਨੂੰ ਇਹ ਬੜਾ ਫਾਇਦਾ ਹੁੰਦਾ ਕਿਉਂਕਿ ਰੈਜ਼ੀਡੈਂਸ਼ੀਅਲ ਵਿੱਚ ਰੈਂਟ ਰਿਵਿਊ ਰੈਂਟ ਉੱਤੇ ਤੇਜ਼ੀ ਨਾਲ ਨਹੀਂ ਜਾਂਦਾ ਲੇਕਿਨ ਕਮਰਸ਼ੀਅਲ ਵਿੱਚ ਨਾਰਮਲੀ ਰੈਂਟ ਉੱਤੇ ਤੇਜ਼ੀ ਨਾਲ ਜਾਂਦਾ ਅੱਛਾ ਯਾਦ ਰੱਖਣਾ ਰੈਂਟ ਥੱਲੇ ਵੀ ਜਾ ਸਕਦਾ ਰੈਂਟ ਉੱਤੇ ਵੀ ਜਾ ਸਕਦਾ ਜਿਸ ਤਰ੍ਹਾਂ ਕੋਵਿਡ ਦੀ ਸਿਚੁਏਸ਼ਨ ਹੋਈ ਕੁਝ ਪ੍ਰਾਪਰਟੀਆਂ ਦਾ ਰੈਂਟ ਥੱਲੇ ਵੀ ਗਿਆ ਠੀਕ ਹੈ ਲੇਕਿਨ ਜਿਹੜੇ ਸਮਝਦਾਰ ਵਕੀਲ ਹਨ ਜਿਹੜੇ ਪ੍ਰਾਪਰਟੀ ਲਾਇਰ ਹਨ ਅਸੀਂ ਆਪਣੇ ਅਗਰ ਲੈਂਡਲੋਰਡ ਹੈ ਅਸੀਂ ਉਹਨੂੰ ਇਹ ਐਡਵਾਈਸ ਕਰਦੇ ਹਾਂ ਕਿ ਰੈਂਟ ਰਿਵਿਊ ਹੋਊਗਾ ਅਪਵਰਡ ਓਨਲੀ ਕਿ ਰੈਂਟ ਉੱਤੇ ਜਾਊਗਾ ਨੋ ਮੈਟਰ ਕਿ ਕੰਟਰੀ ਦੇ ਹਾਲਾਤ ਕੇ ਜਨ ਅਸੀਂ ਲੈਂਡਲੋਰਡ ਆ ਸਾਨੂੰ ਰੈਂਟ ਉੱਤੇ ਚਾਹੀਦਾ ਦਿਨ ਬ ਦਿਨ ਠੀਕ ਹੈ ਅਗਰ ਅਸੀਂ ਆਪਣੀ ਟੈਨੈਂਟ ਦੀ ਤਰਫੋਂ ਗੱਲ ਕਰੀਏ ਤੇ ਅਸੀਂ ਇਸ ਕਲੋਜ਼ ਨੂੰ ਨਹੀਂ ਪਾਉਣਾ ਚਾਹੁੰਦੇ ਓਬਵੀਅਸਲੀ ਡਿਪੈਂਡ ਹੈ ਅਸੀਂ ਕਿਸ ਦੀ ਤਰਫੋਂ ਐਕਟ ਕਰ ਰਹੇ ਹਾਂ ਠੀਕ ਹੈ ਔਰ ਹਮੇਸ਼ਾ ਅਸੀਂ ਅਗਰ ਲੈਂਡਲੋਰਡ ਦੀ ਤਰਫੋਂ ਐਜ਼ ਅ ਪ੍ਰਾਪਰਟੀ ਲਾਇਰ ਮੈਂ ਐਕਟ ਕਰਨਾ ਤੇ ਉਹਨੂੰ ਅਸੀਂ ਇਹ ਕਲੋਜ਼ ਪਾਉਂਦੇ ਹਾਂ ਅਗਰ ਟੈਨੈਂਟ ਦੀ ਤਰਫੋਂ ਜਿਹਨੇ ਨਵੀਂ ਲੀਜ਼ ਲੈਣੀ ਤੇ ਅਸੀਂ ਉਹਨਾਂ ਨੂੰ ਇਹ ਕਹਿੰਦੇ ਹਾਂ ਕਿ ਜਿਹੜੀ ਰੈਂਟ ਰਿਵਿਊ ਹੈ ਉਹ ਅਪ ਨਾ ਹੋਵੇ ਬਲਕਿ ਅਕੋਰਡਿੰਗ ਟੂ ਮਾਰਕੀਟ ਵੈਲਿਊ ਹੋਵੇ ਕਿ ਇਸ ਟਾਈਮ ਮੁਲਕ ਦੀ ਇਕਨੋਮੀ ਕਿਵੇਂ ਮਾਰਕੀਟ ਕਿਵੇਂ ਪ੍ਰਾਪਰਟੀਆਂ ਦੀ ਤੇ ਇਹ ਕਮਰਸ਼ੀਅਲ ਪ੍ਰਾਪਰਟੀਆਂ ਦੇ ਅੰਦਰ ਇਹ ਦੋ ਚੀਜ਼ਾਂ ਦਾ ਆਪਾਂ ਨੇ ਬਹੁਤ ਖਿਆਲ ਰੱਖਣਾ ਕਿਉਂਕਿ ਲੀਜ਼ ਲੈਣਾ ਐਸਾ ਹੈ ਜੈਸੇ ਗਲੇ 'ਚ ਆਪਣਾ ਪੱਟਾ ਪਾ ਲੈਣਾ ਕਿਉਂਕਿ ਲੀਜ਼ ਇੱਕ ਦਫਾ ਲੈ ਲਓ ਤੇ ਆਲਮੋਸਟ ਜਿਹੜੇ ਸਮਝਦਾਰ ਜਾਂ ਪੁਰਾਣੇ ਲੈਂਡਲੋਰਡ ਲਗੇ ਉਹ ਲੀਜ਼ ਉੱਤੇ ਗਾਰੰਟੀ ਵੀ ਲੈਂਦੇ ਵਿਚ ਮੀਨਸ ਅਗਰ ਆਪਾਂ ਦਾ ਬਿਜ਼ਨਸ ਨਾ ਚਲੇ ਤੇ ਤੁਸੀਂ ਪਰਸਨਲੀ ਉਸ ਪ੍ਰਾਪਰਟੀ ਦੇ ਰੈਂਟ ਦੇ ਜ਼ਿੰਮੇਵਾਰ ਹੋਗੋ ਮੈਂ ਬਹੁਤ ਸਾਰੇ ਜੇ ਬੰਦੇ ਤੱਕੇ ਜਿਹੜੇ ਲੀਸਾਂ ਦੇ ਸ਼ਿਕੰਜੇ ਬੁਰੀ ਤਰ੍ਹਾਂ ਫਸੇ ਨਹੀਂ ਬਿਲਕੁਲ ਜੀ ਇੱਥੇ ਮੈਂ ਤੁਹਾਡੇ ਨਾਲ ਸਹਿਮਤ ਹਾਂ ਸੋ ਮੈਂ ਇੱਥੇ ਜ਼ਰੂਰ ਕਹੂੰਗੀ ਕਿ ਜਦੋਂ ਵੀ ਤੁਸੀਂ ਆਪਣਾ ਕਾਰੋਬਾਰ ਜਿਹੜਾ ਹੈਗਾ ਉਹ ਲੀਜ਼ ਤੇ ਦੇਣਾ ਜਾਂ ਅੱਗੇ ਜਿੱਦਾਂ ਉਹਨਾਂ ਨੇ ਗੱਲ ਕੀਤੀ ਹੈਗੀ ਕਿ ਜਿਹੜਾ ਲੀਜ਼ ਹੋਲਡ ਆ ਉਹ ਅੱਗੇ ਵੀ ਜਿਹੜਾ ਲੀਜ਼ ਦੇ ਉਹ ਦਿੰਦਾ ਆ ਸੋ ਉੱਥੇ ਬਹੁਤ ਸਾਰੀਆਂ ਟਰਮ ਐਂਡ ਕੰਡੀਸ਼ਨਸ ਹੁੰਦੀਆਂ ਵੈਸੇ ਇੱਕ ਮੈਂ ਸਾਡੀ ਪੰਜਾਬੀਆਂ ਦੀ ਗੱਲ ਜ਼ਰੂਰ ਕਰੂੰਗੀ ਕਿ ਜਦੋਂ ਅਸੀਂ ਕੋਈ ਵੀ ਲਿਖਤ ਪੜ੍ਹਤ ਦਾ ਕੰਮ ਕਰਦੇ ਨਾ ਜਿਹੜੀਆਂ ਟਰਮ ਐਂਡ ਕੰਡੀਸ਼ਨ ਜਿਹੜੀਆਂ ਛੋਟੇ ਛੋਟੇ ਅੱਖਰਾਂ ਦੇ ਵਿੱਚ ਲਿਖੀਆਂ ਹੁੰਦੀਆਂ ਆ ਸਾਡੀ ਇੱਕ ਪੰਜਾਬੀਆਂ ਦੀ ਪ੍ਰੋਬਲਮ ਆ ਕਿ ਅਸੀਂ ਉਹ ਪੜ੍ਹਦੇ ਨਹੀਂ ਆ ਬਸ ਸਾਈਨ ਕੀਤੇ ਤੇ ਸਾਨੂੰ ਹੁੰਦਾ ਬਾਕੀ ਆਪਾਂ ਜ਼ਿੰਮੇਵਾਰੀ ਵਕੀਲ ਤੇ ਸਿੱਟ ਦਿੰਦੇ ਆ ਕਿ ਹੁਣ ਆਪੇ ਉਹਨਾਂ ਦੀ ਜ਼ਿੰਮੇਵਾਰੀ ਜੋ ਮਰਜ਼ੀ ਕਰਨ ਸੋ ਇਹ ਹੈ ਆਪਣੇ ਲੋਕਾਂ ਦੇ ਵਿੱਚ ਕਾਫੀ ਪ੍ਰੋਬਲਮ ਅੰਦਰ ਬੜੀ ਆਖੀ ਪੰਜਾਬੀਆਂ ਦੀ ਕੀ ਸਾਰੇ ਏਸ਼ੀਅਨ ਦੀ ਤੁਸੀਂ ਕਹਿ ਲਓ ਸਾਰੇ ਹੀ ਇਦਾਂ ਹੁੰਦੇ ਨਾਰਮਲੀ ਜੋ ਉਹ ਕਹਿੰਦੇ ਜੀ ਵਕੀਲ ਨੇ ਪੜ੍ਹ ਲਿਆ ਤੇ ਪੜ੍ਹ ਲਿਆ ਲੇਕਿਨ ਪੈਸੇ ਜਾਂ ਰੈਂਟ ਵਕੀਲ ਨੇ ਨਹੀਂ ਦੇਣੇ ਤੁਸੀਂ ਬਿਜ਼ਨਸ ਜੋ ਕਮਾ ਕੇ ਦੇਣੇ ਤੇ ਯਕੀਨ ਕਰੋ ਇੰਦਰ ਆਪਾਂ ਬੜੇ ਲੋਕਾਂ ਨੂੰ 2.5 ਸਾਲ ਦੇ ਵੀਜ਼ੇ ਲਵਾਏ ਉਹਨਾਂ ਦਾ ਪਹਿਲਾ ਸਵਾਲ ਹੀ ਆਉਂਦਾ ਭਾਜੀ ਆਪਾਂ ਨੇ ਬਿਜ਼ਨਸ ਕਰਨਾ ਕੋਈ ਬੰਦਾ ਦੱਸੋ ਕੋਈ ਗੁਰੂ ਦੱਸੋ ਜਿਹੜੇ ਵੀਜ਼ਿਆਂ ਦੇ ਨਾਲ ਪ੍ਰਾਪਰਟੀਆਂ ਦਾ ਵੀ ਦੱਸੇ ਤੇ ਆਪਾਂ ਇਸ ਵਾਸਤੇ ਇਹ ਚੀਜ਼ 8-9 ਸਾਲ ਪਹਿਲੇ ਆਪਣੇ ਜ਼ਿਹਨ 'ਚ ਬਿਠਾ ਲਈ ਸੀ ਤੇ ਆਪਾਂ ਨੇ ਇਹ ਪ੍ਰਾਪਰਟੀਆਂ ਦਾ ਨੌਲੇਜ ਬੜਾ ਕਮਰਸ਼ੀਅਲ ਨੌਲੇਜ ਹੈਗਾ ਕੋਈ ਬੰਦਾ ਇਤਨਾ ਨਖੇੜ ਕੇ ਇਤਨਾ ਖੁੱਲੇ ਸ਼ਬਦਾਂ 'ਚ ਨਹੀਂ ਦੱਸੂਗਾ ਬਿਕੋਜ਼ ਪ੍ਰਾਪਰਟੀ ਜਿਹੜੀ ਇੱਕ ਐਸਾ ਬਿਜ਼ਨਸ ਹੈਗਾ ਇੱਕ ਐਸਾ ਗਰੋਇੰਗ ਕੈਪੀਟਲ ਹੈਗਾ ਤੁਸੀਂ ਦੁਨੀਆ ਜਿਤਨੇ ਵੀ ਬੰਦੇ ਚੱਕ ਲਓ ਜਿਹੜੇ ਟੌਪ ਦੇ ਅਮੀਰ ਬਣੇ ਉਹ ਜ਼ਿਆਦਾਤਰ ਰੀਅਲ ਸਟੇਟ ਦੇ ਬਿਜ਼ਨਸ ਵਿੱਚ ਬਣੇ ਪਹਿਲੇ ਅਮਰੀਕਾ ਹੋਵੇ ਪਹਿਲੇ ਇੰਗਲੈਂਡ ਹੋਵੇ ਪਹਿਲੇ ਇੰਡੀਆ ਹੋਵੇ ਪਹਿਲੇ ਥਰਡ ਵਰਲਡ ਕੰਟਰੀ ਹੋਵੇ ਪਹਿਲੇ ਪਾਕਿਸਤਾਨ ਹੋਵੇ ਪਹਿਲੇ ਸ਼੍ਰੀਲੰਕਾ ਜਿੱਥੇ ਵੀ ਹੋਵੇ ਤੇ ਜਿਹੜੇ ਪ੍ਰਾਪਰਟੀ ਵਾਲੇ ਬੰਦੇ ਨੇ ਉਹ ਨੋਰਮਲੀ ਬੜੇ ਵੱਡੇ ਬਿਜ਼ਨਸ ਟਾਈਕੂਨ ਬਣੇ ਤੇ ਪ੍ਰਾਪਰਟੀਆਂ ਦਾ ਨੌਲੇਜ
ਪ੍ਰਾਪਰਟੀਆਂ ਦਾ ਬਿਜ਼ਨਸਾਂ ਦੀ ਮਾਂ ਵੇ। ਬਿਲਕੁਲ। ਆਈ ਆਲਵੇਜ਼ ਸੇ ਦੈਟ। ਮੈਂ ਜੇ ਬੜੇ ਲੋਕਾਂ ਨੂੰ ਜਾਣਦਾ ਜਿਹੜੇ ਬੜੇ ਛੋਟੇ ਲੈਵਲ ਤੇ ਕੰਟਰੈਕਟਰਸ ਹਨ ਪ੍ਰਾਪਰਟੀਆਂ ਦੇ, ਉਹਨਾਂ ਬੜੀਆਂ ਅਸੀਂ ਜੋ ਪੈਸਾ ਬੜਾਇਆ। ਤੇ ਇਹ ਪਲੇਟਫਾਰਮ ਅੱਜ ਕੇ ਟੀਵੀ ਦਾ ਤੁਸਾਂ ਦੇ ਮੇਰੀ ਜਿਹੜੀ ਗੱਲਬਾਤ ਹੋ ਰਹੀ ਹੈ, ਅਸੀਂ ਇਹ ਨੌਲੇਜ ਜਿਸ ਤਰ੍ਹਾਂ ਅਸਾਂ ਨੇ ਪਿਛਲੇ ਕਾਫੀ ਸ਼ੋਆਂ 'ਚ ਇਮੀਗ੍ਰੇਸ਼ਨ ਦੀ ਗੱਲਾਂ ਬੜੀਆਂ ਖੁੱਲੀਆਂ ਦਸੀਆਂ, ਅੱਜ ਪ੍ਰਾਪਰਟੀਆਂ ਦੇ ਵੀ ਗੱਲਾਂ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਪ੍ਰਾਪਰਟੀ ਇੱਕ ਐਸੀ ਇਨਵੈਸਟਮੈਂਟ ਹੈਗੀ ਆ ਜਿਸੇ ਕੈਪੀਟਲ ਵੀ ਰੇਸ ਹੁੰਦਾ, ਪ੍ਰਾਪਰਟੀ ਦੀ ਵੈਲਿਊ ਵੀ ਬਣਦੀ ਔਰ ਉਸਦਾ ਰੈਂਟਲ ਯੀਲਡ ਵੀ ਆਉਂਦੀ ਰਹਿੰਦੀ ਮਹੀਨੇ। ਜੀ ਆਈ ਹੋਪ ਕਿ ਅਸੀਂ ਜਦੋਂ ਅੱਗੇ ਚੱਲਦੇ ਰਵਾਂਗੇ ਫਿਰ ਅਸੀਂ ਪ੍ਰਾਪਰਟੀ ਯੀਲਡ ਦੀ ਗੱਲ ਕਰਾਂਗੇ ਕਿ ਕਮਰਸ਼ੀਅਲ ਦੀ ਯੀਲਡ 10 ਤੋਂ 12% ਹੋਣੀ ਚਾਹੀਦੀ ਹੈ, ਰੈਜ਼ੀਡੈਂਸ਼ੀਅਲ ਦੀ 7% 8 ਤੋਂ ਉੱਤੇ ਹੋਣੀ ਚਾਹੀਦੀ ਆ ਕਿ ਤੁਸੀਂ ਕਿ ਜੋ ਮਿਲੀਅਨਰ ਬਣ ਸਕਦੇ ਹੋ। ਅਸੀਂ ਲੋਕਾਂ ਨੂੰ ਸੁਪਨੇ ਨਹੀਂ ਦਿਖਾ ਰਹੇ, ਲੋਕਾਂ ਨੂੰ ਅਮੀਰ ਬਣਨੇ ਦੇ ਤਰੀਕੇ ਵੀ ਦੱਸ ਰਹੇ ਹਾਂ। ਬਿਲਕੁਲ ਜੀ, ਖਿਆਲ ਸਾਨੂੰ ਰੱਖਣਾ ਪੈਣਾ ਹੈਗਾ, ਜ਼ਿੰਮੇਵਾਰੀਆਂ ਜਿਹੜੀਆਂ ਉਹ ਸਾਡੀਆਂ ਨੇ ਜਦੋਂ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਾਪਰਟੀ ਖਰੀਦਦੇ ਆ। ਮੇਰੇ ਖਿਆਲ ਸਾਡੇ ਨਾਲ ਕਾਲਰ ਨੇ, ਪਹਿਲਾਂ ਦੇਖ ਲੈਂਦੇ ਕੀ ਕਹਿਣਾ ਚਾਹੁੰਦੇ ਨੇ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਵਕੀਲ ਸਾਹਿਬ ਤੋਂ ਪਤਾ ਕਰਨਾ ਜੀ, ਜੇ ਪ੍ਰਾਪਰਟੀ ਰੈਂਟ ਤੇ ਦਿੱਤੀ ਹੋਵੇ ਤਾਂ ਉਹ ਕਿਰਾਏਦਾਰ ਨੂੰ ਜੇ ਪ੍ਰਾਪਰਟੀ ਕੱਢਣਾ ਹੋਵੇ ਤਾਂ ਕਿੰਨੇ ਚਿਰ ਬਾਅਦ ਕੱਢ ਸਕਦੇ ਆ? ਸਤਿ ਸ਼੍ਰੀ ਅਕਾਲ ਭਾਜੀ, ਥੈਂਕ ਯੂ। ਤੁਸਾਂ ਦਾ ਪਹਿਲਾ ਪ੍ਰਾਪਰਟੀ ਦਾ ਸਵਾਲ ਆਇਆ ਭਾਜੀ। ਸਭ ਤੋਂ ਪਹਿਲੇ ਅਗਰ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਆ ਤੇ ਉਸ ਦੇ ਅੰਦਰ ਤੱਕੋ ਜਿਹੜੀ ਅਵਿਕਸ਼ਨ ਕਲੋਜ਼ ਹੈਗੀ ਆ ਉਸ ਤੇ ਨੋਟਿਸ ਪੀਰੀਅਡ ਕਿੰਨਾ ਲਿਖਾ ਪਿਆ। ਨੋਰਮਲੀ ਭਾਜੀ 2 ਮਹੀਨੇ ਦਾ ਨੋਟਿਸ ਹੁੰਦਾ, ਲੇਕਿਨ ਕੋਵਿਡ ਦੇ ਦੌਰਾਨ ਇਹ ਨੋਟਿਸ 6 ਮਹੀਨਿਆਂ ਤੱਕ ਵੀ ਗਿਆ ਪਿਆ। ਮੈਂ ਭਾਜੀ ਇੱਕ 100 ਰੋਡ ਤੇ ਇੱਕ ਪ੍ਰਾਪਰਟੀ ਡੀਲ ਕਰ ਰਿਹਾ। ਉਸ ਪ੍ਰਾਪਰਟੀ ਦੀ ਤੁਸੀਂ ਇੰਦਰ ਬਿਲੀਵ ਨਹੀਂ ਕਰੋਗੇ, ਪ੍ਰਾਪਰਟੀ ਦੀ ਵੈਲਿਊ ਹੈ 1.6 ਮਿਲੀਅਨ। ਤੇ ਉਹ ਜਿਹੜੇ ਕਿਰਾਏਦਾਰ ਆਏ, ਠੀਕ ਆ, ਉਹਨਾਂ ਨੇ 3 ਮਹੀਨਿਆਂ ਦੇ ਬਾਅਦ ਰੈਂਟ ਦੇਣਾ ਬੰਦ ਕਰ ਦਿੱਤਾ। ਤੇ ਲੈਂਡਲੌਰਡ ਜਿਸ ਦੀ 1.6 ਮਿਲੀਅਨ ਦੀ ਉਹ ਕਮਰਸ਼ੀਅਲ ਪ੍ਰਾਪਰਟੀ ਹੈਗੀ ਆ, ਤੇ ਉਹ ਉਹਨਾਂ ਬੰਦਿਆਂ ਨੂੰ ਕਹਿੰਦਾ ਜੀ ਕਿ ਮੈਂ ਅਗਰ ਇਹਨਾਂ ਨੇ ਰੈਂਟ ਨਾ ਦਿੱਤਾ ਮਨ ਤੇ ਬੈਂਕ ਪ੍ਰਾਪਰਟੀ ਮੇਰੇ ਕੋਲ ਲੈ ਲੂਗਾ। ਤੇ ਅਸੀਂ ਹੁਣ ਉਸ ਦੇ ਅੰਦਰ, ਸੌਰੀ ਭਾਜੀ ਗੱਲ ਥੋੜੀ ਜੀ ਕੰਪਲਿਕੇਟਡ ਹੋ ਰਹੀ ਆ। ਮੈਂ ਸਰ ਇੱਕ ਮਿੰਟ, ਮੈਂ ਇੱਥੇ ਕਾਲਰਸ ਕਹੂੰਗੀ, ਤੁਹਾਡਾ ਜਿਹੜਾ ਸਵਾਲ ਸੁਣ ਲਿਆ ਤੇ ਤੁਹਾਨੂੰ ਹੁਣ ਜਵਾਬ ਜਿਹੜਾ ਦੇਣਾਗੇ, ਤੁਸੀਂ ਕਾਲ ਜਿਹੜੀ ਆ ਉਹ ਕੱਟ ਸਕਦੇ ਹੋ। ਹਾਂਜੀ। ਤੇ ਉਹ ਅਸੀਂ ਫੋਰ ਫੀਚਰ ਆਫ ਲੀਜ਼ ਤੇ ਜਾ ਰਹੇ ਹਾਂ ਸੀ, ਠੀਕ ਹੈ, ਕਿ ਲੀਜ਼ ਹੀ ਖਤਮ ਕਰਾ ਦਿਓ। ਐਨੀਵੇ ਭਾਈ ਸਾਹਿਬ ਦਾ ਜਿਹੜਾ ਸਵਾਲ ਸੀ ਕਿ ਨੋਟਿਸ ਕਿਤਨਾ ਹੋਣਾ ਚਾਹੀਦਾ, ਨੋਰਮਲੀ 2 ਮਹੀਨੇ ਦਾ ਨੋਟਿਸ ਹੁੰਦਾ। ਫਿਰ ਨੋਟਿਸ ਦੋਣੇ ਦੇ ਤਰੀਕੇ ਵੀ ਹੁੰਦੇ ਕਿ ਕਿਆ ਨੋਟਿਸ ਦੇ ਨਾਲ ਤੁਸੀਂ ਰੈਂਟ ਵੀ ਕਲੇਮ ਕਰ ਰਹੇ ਹੋ ਜਾਂ ਸਿਰਫ ਨੋਟਿਸ ਦੇ ਰਹੇ ਹੋ ਕਿ ਭਾਈ ਸਾਡੀ ਪ੍ਰਾਪਰਟੀ ਖਾਲੀ ਕਰ ਦੇ। ਤੇ ਉਹ ਮੁਖਤਲਿਫ ਕੀ ਹੁੰਦੇ ਨੇ। ਫਿਰ ਨੋਟਿਸ ਸਰਵ ਕੇ ਜੋ ਕਰਨਾ, ਠੀਕ ਹੈ, ਅਗਰ ਤੁਸੀਂ ਨਾਰਮਲ ਤਰੀਕੇ ਨਾਲ ਸਿਵਲ ਕੋਰਟ ਹੀ ਜਾਂਦੇ ਹੋ ਤੇ ਉਸੇ 3-4 ਮਹੀਨੇ ਵੀ ਲੱਗ ਸਕਦੇ। ਅਗਰ ਤੁਸੀਂ ਜਲਦੀ ਐਵਿਕਸ਼ਨ ਕਰਾਉਣੀ ਆ ਤੇ ਉਸੇ ਤੁਸੀਂ ਐਕਸਲਰੇਟਿਡ ਪ੍ਰੋਸੀਜਰ ਦੇ ਥਰੂ ਵੀ ਦੇ ਸਕਦੇ। ਤੇ ਆਪਾਂ ਨੇ ਕਿਉਂਕਿ ਹੁਣ ਦੋਨੋਂ ਬਿਜ਼ਨਸ ਚਲਾ ਰਹੇ ਹਾਂ, ਸੋਲਿਸਿਟਰ ਦੀ ਲਾਅ ਫਰਮ ਵੀ ਚਲਾ ਰਹੇ ਹਾਂ ਤੇ ਪ੍ਰਾਪਰਟੀਆਂ ਦਾ ਬਿਜ਼ਨਸ ਵੀ ਕਰ ਰਹੇ ਹਾਂ ਤੇ ਆਪਾਂ ਨੇ ਹੁਣ ਬੈਰਿਸਟਰ ਵੀ ਲਾਏ ਜਿਹੜੇ ਇਸ ਕਿਉਂਕਿ ਪ੍ਰਾਪਰਟੀ ਜਿਹੜੀ ਆ ਇੱਕ ਫਾਈਨੈਂਸ਼ੀਅਲ ਇਨਵੈਸਟਮੈਂਟ ਹੈਗੀ ਆ ਤੇ ਅਸੀਂ ਨਹੀਂ ਚਾਹੁੰਦੇ ਕਿ ਸਾਡੀ ਪ੍ਰਾਪਰਟੀਆਂ ਦੇ ਅੰਦਰ ਲੋਕੀ ਬਗੈਰ ਰੈਂਟ ਦਿੱਤੇ ਹੋਵੇ ਐਜ਼ ਅ ਸਕੁਆਟਰ, ਇੱਕ ਵਰਡ ਯੂਜ਼ ਹੁੰਦਾ ਹੈ, ਜਾਂ ਐਜ਼ ਅ ਇਲੀਗਲ ਆਕਿਊਪਾਇਰ ਰੋਮਨ। ਤੇ ਅਸੀਂ ਖੁਦ ਕਿਉਂਕਿ ਆਪਣੀ ਪ੍ਰਾਪਰਟੀਆਂ ਦਾ ਵੀ ਦਿਫਾ ਕਰਦੇ ਹਾਂ ਤੇ ਜਿਹੜੇ ਸਾਡੇ ਨਾਲ ਪੋਰਟਫੋਲੀਓ ਲੈਂਡਲੋਡ ਹੋ ਗਏ ਉਹਨਾਂ ਵਾਸਤੇ ਵੀ ਅਸੀਂ ਪ੍ਰੋਟੈਕਸ਼ਨ ਦਿੱਤੀ ਆ ਕਿ ਤੁਸੀਂ ਸਾਡੀ ਪ੍ਰਾਪਰਟੀ ਸਾਨੂੰ ਦਿਓ, ਸਿਟੀ ਸਟੇਟ ਐਂਡ ਡਿਵੈਲਪਰ ਨੂੰ। ਅਸੀਂ ਤੁਹਾਨੂੰ ਕੋਸ਼ਿਸ਼ ਕਰਾਂਗੇ ਕੋਈ ਬੰਦਾ ਬਗੈਰ ਰੈਂਟ ਤੋਂ ਇੱਥੋਂ ਨਾ ਹੋਵੇ। ਤੇ ਇਹ ਭਾਈ ਸਾਹਿਬ ਦਾ ਜਵਾਬ ਸੀ। ਐਕਚੁਅਲ ਦੇ ਵਿੱਚ ਆਪਾਂ ਜੇ ਗੱਲ ਕਰੀਏ, ਜਦੋਂ ਅਸੀਂ ਆਪਣੀ ਪ੍ਰਾਪਰਟੀ, ਚਾਹੇ ਉਹ ਘਰ ਹੋਵੇ ਚਾਹੇ ਕਾਰੋਬਾਰ ਹੋਵੇ, ਜਦੋਂ ਅਸੀਂ ਦਿੰਦੇ ਆ ਟੈਨੈਂਟ ਨੂੰ, ਉਹਦੇ ਵਿੱਚ ਜਿੱਦਾਂ ਜਵੇਰ ਜੀ ਨੇ ਪਹਿਲਾਂ ਹੀ ਗੱਲ ਕੀਤੀ ਕਿ ਕੁਝ ਟਰਮ ਐਂਡ ਕੰਡੀਸ਼ਨਸ ਹੁੰਦੀਆਂ ਔਰ ਕੁਝ ਲਿਖੀਆਂ ਜਿਹੜੀਆਂ ਹੁੰਦਾ, ਜਿੱਦਾਂ ਜਿਨ੍ਹਾਂ ਨੇ ਸਵਾਲ ਕਾਲਰ ਸਾਡੇ ਹੁਣੇ ਕੀਤਾ ਸੀਗਾ, ਉਹ ਕਹਿੰਦੇ ਸੀਗੇ ਕਿ ਕਿੰਨਾ ਕੁ ਸਮੇਂ ਦੇ ਵਿੱਚ ਅਸੀਂ ਉਹਨਾਂ ਨੂੰ ਕੱਢ ਸਕਦੇ ਹਾਂ। ਸੋ ਗੱਲ ਇਹ ਹੈ ਕਿ ਜਦੋਂ ਉਹਨਾਂ ਨੇ ਲੀਜ਼ ਦਿੱਤੀ ਹੋਊਗੀ ਜਾਂ ਜਦੋਂ ਰੈਂਟ ਤੇ ਪ੍ਰਾਪਰਟੀ ਦਿੱਤੀ ਹੋਊਗੀ ਤਾਂ ਲਿਖਿਆ ਹੁੰਦਾ ਹੋਵੇਗਾ ਸਾਰਾ ਕਿ ਕਿੰਨਾ ਸਮਾਂ ਆ ਜਾਂ ਕਿੱਦਾਂ ਆ ਜਾਂ ਕਿੰਨਾ ਰੈਂਟ ਆ, ਐਵਰੀਥਿੰਗ। ਜੀ ਉਹ ਤੇ ਜ਼ਾਰੀ ਗੱਲ ਹੈ, ਟੈਨੈਂਸੀ ਐਗਰੀਮੈਂਟ ਅੰਦਰ ਲਿਖਾ ਹੋਊਗਾ, ਪਹਿਲੇ ਉਹ ਅਸ਼ੋਰਡ ਟੈਨੈਂਸੀ ਹੋਵੇ ਰੈਜ਼ੀਡੈਂਸ਼ੀਅਲ ਦੇ ਅੰਦਰ। ਸੌਰੀ ਮੈਂ ਅੱਜ ਬੜੇ ਕਾਨੂੰਨੀ ਸ਼ਬਦ ਬੋਲ ਰਿਹਾ, AST ਕਹਿੰਦੇ ਨੇ, ਲੇਕਿਨ ਜ਼ਾਰੀ ਗੱਲ ਹੈ ਅਸੀਂ ਆਪਣੇ ਲੋਕਾਂ ਨੂੰ, ਆਪਣੀ ਕੌਮ ਨੂੰ, ਆਪਣੀ ਬਰਾਦਰੀ ਨੂੰ, ਆਪਣੇ ਭੈਣ ਭਾਈਆਂ ਨੂੰ ਬਚਾਉਣਾ, ਅਵੇਅਰਨੈਸ ਦੇਣੀ ਹੈ। ਤਾਂ ਹੈਵ ਟੂ ਸਪੀਕ ਆਲ ਦੋਸ ਵਰਡਸ। AST ਅਸ਼ੋਰਡ ਟੈਨੈਂਸੀ ਵੀ ਕਹਿੰਦੇ ਨੇ, ਸ਼ੋਰਟ ਹੋਲਡ ਟੈਨੈਂਸੀ ਵੀ ਕਹਿੰਦੇ ਨੇ, ਜਾਂ ਮੰਥ ਟੂ ਮੰਥ ਪੀਰੀਓਡਿਕ ਟੈਨੈਂਸੀ ਵੀ ਕਹਿੰਦੇ ਨੇ, ਠੀਕ ਹੈ। ਜਿਹੜੇ ਆਪਣੇ ਸਿਆਣੇ ਬੰਦੇ ਨੇ, ਬੇਸ਼ੱਕ ਪੜ੍ਹੇ ਲਿਖੇ ਨਹੀਂ ਹਨ ਲੇਕਿਨ ਉਹਨਾਂ ਨੂੰ ਸਾਰੀਆਂ ਚੀਜ਼ਾਂ ਪਤਾ ਨੇ। ਜਿਹੜੇ ਹੁਣ ਨਵੇਂ ਸਾਡੇ ਭੈਣ ਭਾਈ ਯੂਰਪ ਤੋਂ ਆ ਰਹੇ ਨੇ ਜਾਂ ਜਿਹਨਾਂ ਨੂੰ 2.5 ਸਾਲਾਂ ਦੇ ਵੀਜ਼ੇ ਲੱਗੇ, ਆਪਾਂ ਹੁਣ ਇਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਮੈਂ ਅਕਸਰ ਲੋਕ ਕਹਿੰਦੇ ਭਾਜੀ ਤੁਸੀਂ ਇਮੀਗ੍ਰੇਸ਼ਨ ਤੇ ਗੱਲ ਕਰਦੇ ਹੋ, ਇਮੀਗ੍ਰੇਸ਼ਨ ਤੇ ਹਰ ਦੇਸੀ ਬੰਦਾ ਗੱਲ ਕਰਦਾ। ਕਮਰਸ਼ੀਅਲ ਲੋ ਪ੍ਰਾਪਰਟੀਆਂ ਤੇ ਕੋਈ ਆਪਣਾ ਵਕੀਲ
ਆਪਣੀ ਜ਼ੁਬਾਨ ਹੀ ਨਹੀਂ ਗੱਲ ਕਰਦਾ। ਤੇ ਆਈ ਥਿੰਕ ਆਪ ਜੀ ਨੇ ਜਾਂ ਆਪ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਨੇ ਵੀ ਮਨਾ ਕਰ ਭਾਜੀ ਤੁਸੀਂ ਪ੍ਰਾਪਰਟੀਆਂ ਦਾ ਕਰਦੇ ਤੇ ਹੋ, ਲੈਟਸ ਸਟਾਰਟ देयर ਐਸ ਵੈਲ। ਇਮੀਗ੍ਰੇਸ਼ਨ ਤੇ ਚਲੋ ਚਲਦੀ ਰਹੂਗੀ, ਉਹ ਤੇ ਸਾਡੇ ਖੂਨ ਦੇ ਅੰਦਰ ਹੀ ਆ। ਬਿਲਕੁਲ ਜੀ, ਕਿਉਂਕਿ ਆਪਾਂ ਜੇ ਪਹਿਲੇ ਗੱਲ ਕੀਤੀ ਸੀ ਲੈਂਗੁਏਜ ਨੂੰ ਲੈ ਕੇ ਕਾਫੀ ਪ੍ਰੋਬਲਮ ਜਿਹੜੀਆਂ ਆਉਂਦੀਆਂ ਨੇ, ਖਾਸ ਕਰਕੇ ਜਿਹੜੇ ਯੂਰਪ ਤੋਂ ਆਏ ਨੇ। ਸੋ ਬਿਲਕੁਲ ਜੀ, ਥੈਂਕ ਯੂ ਸੋ ਮਚ, ਤੁਸੀਂ ਜਿਹੜਾ ਸਮਾਂ ਕੱਢਿਆ ਹੈਗਾ ਆ। ਤੇ ਮੈਂ ਕੋਸ਼ਿਸ਼ ਜ਼ਰੂਰ ਕਰੂੰਗੀ ਕਿ ਫਿਰ ਦੁਬਾਰਾ ਜਿਹੜਾ ਇਸੇ ਤਰ੍ਹਾਂ ਜਵੇਰ ਜੀ ਸਟੂਡੀਓ ਜ਼ਰੂਰ ਆਉਣ। ਤੁਸੀਂ ਜਿਹੜੇ ਵੀ ਸਵਾਲ ਤੁਹਾਡੇ ਕੋਲ ਨੇ ਪ੍ਰੋਪਰਟੀ ਨੂੰ ਲੈ ਕੇ, ਚਾਹੇ ਉਹ ਖਰੀਦਣੀ ਹੋਵੇ, ਵੇਚਣੀ ਹੋਵੇ ਜਾਂ ਰੈਂਟ ਤੇ ਦੇਣੀ ਹੋਵੇ, ਕੋਈ ਵੀ ਸਵਾਲ ਤੁਸੀਂ ਸ਼ੋਅ ਤੋਂ ਬਾਅਦ ਸਟੂਡੀਓ ਤੇ ਫੋਨ ਕਰਕੇ ਜਿਹੜੇ ਸਾਨੂੰ ਸਵਾਲ ਲਿਖਾ ਸਕਦੇ ਹੋ, ਜਾਂ ਪੂਰਾ ਹਫਤਾ ਤੁਹਾਡੇ ਕੋਲ ਹੋਣਾ ਤੁਸੀਂ ਸਵਾਲ ਲਿਖਾ ਸਕਦੇ ਹੋ। ਉਹਨਾਂ ਸਵਾਲਾਂ ਦੇ ਜਵਾਬ ਅਸੀਂ ਨੈਕਸਟ ਪ੍ਰੋਗਰਾਮ ਦੇ ਵਿੱਚ ਜਵੇਰ ਜੀ ਤੋਂ ਜ਼ਰੂਰ ਲਵਾਂਗੇ। ਬਹੁਤ ਸਾਰੇ ਸਾਡੇ ਬਜ਼ੁਰਗ ਨੇ ਜਿਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ। ਕਈਆਂ ਦੇ ਟੈਨੈਂਟ ਜਿਹੜੇ ਨੇ ਉਹਨਾਂ ਨੂੰ ਤੰਗ ਵੀ ਕਰਦੇ ਨੇ, ਕਾਫੀ ਜਿਹੜੀਆਂ ਪ੍ਰੋਬਲਮਸ ਇਦਾਂ ਦੀਆਂ ਆਉਂਦੀਆਂ ਨੇ। ਸੌਰੀ ਇੰਦਰ, ਇਸ ਤੋਂ ਪਹਿਲੇ ਅਸੀਂ ਥੋੜਾ ਪ੍ਰੋਗਰਾਮ ਲੇਟ ਸ਼ੁਰੂ ਕੀਤਾ, ਮੈਂ ਉਸ ਵਾਸਤੇ ਅਪੋਲੋਜਾਈਜ਼ ਕਰਦਾ। ਬੜੇ ਲੋਕਾਂ ਮੈਂ ਟੈਕਸ ਵੀ ਕੀਤਾ ਜੀ। ਪ੍ਰੋਪਰਟੀ ਇੱਕ ਬਹੁਤ ਵੱਡਾ ਬਿਜ਼ਨਸ ਆ। ਪ੍ਰੋਪਰਟੀ ਹੀ ਇੱਕ ਬਿਜ਼ਨਸਾਂ ਦੀ ਮਾਂ ਵਾ। ਬਿਲਕੁਲ। ਜਿਹੜੇ ਲੋਕੀ ਇਹਨੂੰ ਸਮਝ ਬੈਠੇ ਅੱਜ ਤੋਂ 15 ਜਾਂ 20 ਸਾਲ ਪਹਿਲੇ, ਉਹਨਾਂ ਨੇ ਇੱਕ ਕਹਿੰਦੇ ਅਪਰਚੂਨਿਟੀ ਮਿਸ ਨਹੀਂ ਕੀਤੀ। ਅੱਜ ਉਹ ਮਿਲੀਅਨਰ ਬੈਠੇ। ਆਈ ਟੈਲ ਯੂ, ਆਪਾਂ ਗੱਲ ਇਹ ਆ ਕਿ ਕਹਿਣ ਦਾ ਮਤਲਬ ਤੁਹਾਡਾ ਕਿ ਸਮਝਦਾਰੀ ਨਾਲ ਚੱਲੇ ਨੇ ਜੀ। ਪ੍ਰੋਪਰਟੀ ਇੱਕ ਬਹੁਤ, ਮੈਂ ਕਹਿ ਰਿਹਾ ਕਿ ਇੱਕ ਓਸ਼ੀਅਨ ਹੈ, ਇੱਕ ਬਹੁਤ ਬੜਾ ਸਮੁੰਦਰ ਹੈਗਾ ਜਿਹੜਾ ਇਹਨੇ ਡੁਬਕੀ ਲਾ ਕੇ ਜਿਨ੍ਹਾਂ ਤੈਰਾਕੀ ਸਿੱਖੀ, ਅੱਜ ਉਹ ਬਹੁਤ ਵੱਡੀ ਵੱਡੀ ਹਸਤੀਆਂ ਬਣੇ। ਮੈਂ ਤੁਹਾਨੂੰ ਬਹੁਤ ਸਾਰੀਆਂ ਕੰਪਨੀਆਂ ਬਰਮਿੰਗਮ ਦੇ ਅੰਦਰ ਦੱਸ ਸਕਦਾ ਜਿਨ੍ਹਾਂ ਨੂੰ ਸ਼ਾਇਦ ਸਾਈਨ ਕਰਨੇ ਵੀ ਨਹੀਂ ਆਉਂਦਾ, ਅੰਗੂਠਾ ਲਾਉਂਦੇ ਨੇ, ਲੇਕਿਨ ਪ੍ਰਾਪਰਟੀਆਂ ਦੇ ਅੰਦਰ ਉਹਨਾਂ ਨੇ ਅੱਗੇ ਸਿਆਣੇ ਚੰਗੇ ਵਕੀਲ ਰੱਖੇ, ਉਹ ਬਹੁਤ ਵੱਡੇ ਮਲਟੀ ਮਿਲੀਅਨਰ ਬਣੇ ਅੱਗੇ। ਮੈਂ ਸ਼ਾਇਦ ਨਾ ਅਲਾਉ ਨਹੀਂ ਪ੍ਰੋਗਰਾਮ ਵਿੱਚ ਮੈਂ ਦੱਸ ਸਕਦਾ। ਬਿਲਕੁਲ ਜੀ, ਮਾਫੀ ਚਾਹੂੰਗੀ ਇੱਥੇ ਮੈਂ ਕਿ ਅਸੀਂ ਨਾਂ ਜਿਹੜੇ ਉਹ ਨਹੀਂ ਲੈ ਸਕਦੇ ਇਸ ਟਾਈਮ, ਪਰ ਫਿਰ ਵੀ ਮੈਂ ਉਮੀਦ ਕਰੂੰਗੀ ਕਿ ਅੱਜ ਦਾ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਵੇਗਾ। ਤੁਹਾਡੇ ਕੋਲੋਂ ਕੋਈ ਵੀ ਇਸ ਤਰ੍ਹਾਂ ਦੇ ਕੋਈ ਵੀ ਸਵਾਲ ਨੇ, ਇੱਥੇ ਆਪਾਂ ਇੱਕ ਗੱਲ ਮੈਂ ਜ਼ਰੂਰ ਇੱਥੇ ਮਾਫੀ ਚਾਹੂੰਗੀ, ਕਹਿਣਾ ਜਵੇਰ ਜੀ ਨੇ ਤੁਹਾਨੂੰ ਵੈਸੇ ਬੜੇ ਵੱਡੇ ਸੁਪਨੇ ਦਿਖਾਏ ਆ, ਪਰ ਮੈਂ ਇੱਕ ਚੀਜ਼ ਕਹੂੰਗੀ, ਸੁਪਨੇ ਦੇਖੋ ਜ਼ਰੂਰ ਪਰ ਸਮਝਦਾਰੀ ਦੇ ਨਾਲ। ਜਦੋਂ ਵੀ ਤੁਸੀਂ ਕੋਈ ਵੀ ਕਦਮ ਉਠਾਉਣਾ ਹੈਗਾ, ਨਵਾਂ ਕਾਰੋਬਾਰ ਸ਼ੁਰੂ ਕਰਨਾ, ਨਵੇਂ ਕੋਈ ਪ੍ਰਾਪਰਟੀ ਖਰੀਦਣੀ ਆ, ਕੋਈ ਵੀ ਨਵਾਂ ਰਸਤਾ ਅਪਣਾਉਣਾ, ਮੈਂ ਇੱਥੇ ਕਹੂੰਗੀ ਤਾਂ ਸਮਝਦਾਰੀ ਜ਼ਰੂਰੀ ਆ। ਗਾਈਡਲਾਈਨਸ ਜਿਹੜੀਆਂ ਨੇ ਉਹ ਜ਼ਰੂਰ ਪੜ੍ਹੋ, ਕਿਸੇ ਨਾ ਕਿਸੇ ਸਮਝਦਾਰ ਵਕੀਲ ਤੋਂ ਜਿਹੜੀ ਸਲਾਹ ਜਿਹੜੀ ਜ਼ਰੂਰ ਲਓ। ਪਤਾ ਹੋਣਾ ਚਾਹੀਦਾ ਕੀ ਟਰਮ ਐਂਡ ਕੰਡੀਸ਼ਨਸ ਨੇ, ਉਹ ਪੜ੍ਹ ਕੇ ਫਿਰ ਉਸ ਤੋਂ ਬਾਅਦ ਜਿਹੜੇ ਪੇਪਰ ਵਰਕ ਖਾਸ ਕਰਕੇ ਹੈਗਾ ਉਹ ਪੜ੍ਹਨ ਤੋਂ ਬਾਅਦ ਫਿਰ ਉਸ ਤੋਂ ਬਾਅਦ ਜਿਹੜਾ ਤੁਸੀਂ ਆਪਣੇ ਅੱਗੇ ਵਧੋ। ਸੋ ਜਿਵੇਂ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ, ਪਹੁੰਚੇ ਹੋ। ਵੈਸੇ ਮੈਂ ਦੁਬਾਰਾ ਮਾਫੀ ਚਾਹੂੰਗੀ ਕਿਉਂਕਿ ਪ੍ਰੋਗਰਾਮ ਵੈਸੇ 6 ਵਜੇ ਸੀਗਾ, ਟ੍ਰੈਫਿਕ ਦੇ ਵਿੱਚ ਫਸ ਗਏ ਸੀਗੇ, ਸੋ ਇਸੇ ਕਰਕੇ ਲੇਟ ਸ਼ੁਰੂ ਹੋਇਆ। ਸੋ ਦੋਨੋਂ ਹੱਥ ਜੋੜ ਕੇ ਉਹਦੇ ਲਈ ਮਾਫੀ ਚਾਹੁੰਦੀ ਹਾਂ ਜੀ। ਤੇ ਹੁਣ ਲੈਣੀ ਪੈਣੀ ਹੈ ਸਾਨੂੰ ਇਜਾਜ਼ਤ, ਫਿਰ ਇਸੇ ਤਰ੍ਹਾਂ ਹੀ ਫਿਰ ਹੋਰ ਕਿਸੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਖਿਦਮਤ 'ਚ ਇਸੇ ਤਰ੍ਹਾਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।